BA ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਆਧੁਨਿਕ ਪੰਜਾਬੀ ਕਵਿਤਾ 1901 ਤੋਂ 2000 ਈਸਵੀ ਤੱਕ, ਜਿਸ ਦੇ ਮੁੱਖ ਸੰਪਾਦਕ ਪ੍ਰੋਫੈਸਰ ਜਸਵਿੰਦਰ ਸੈਣੀ ਅਤੇ ਸੰਪਾਦਕ ਪ੍ਰੋਫੈਸਰ ਜੋਗਰਾਜ ਹਨ, ਵਿੱਚ ਆਧੁਨਿਕ ਕਵਿਤਾ ਨਾਲ ਸੰਬੰਧਿਤ ਪ੍ਰਮੁੱਖ ਆਧੁਨਿਕ ਕਵੀਆਂ ਦੀਆਂ ਪ੍ਰਤਿਨਿਧ ਕਾਵਿ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ। ਮਨਜੀਤ ਟਿਵਾਣਾ ਇਹਨਾਂ ਕਵੀਆਂ ਦੇ ਵਿੱਚ ਇੱਕ ਪ੍ਰਮੁੱਖ ਕਵਿੱਤਰੀ ਹੈ। ਉਸ ਦੀਆਂ ਦੋ ਕਵਿਤਾਵਾਂ ਤੁਹਾਡੇ ਪਾਠਕ੍ਰਮ ਵਿੱਚ ਲੈਤੀਆਂ ਗਈਆਂ, ਤੁਹਾਡੇ ਸਿਲੇਬਸ ਵਿੱਚ ਲੈਤੀਆਂ ਗਈਆਂ। ਮਨਜੀਤ ਟਿਵਾਣਾ ਇੱਕ ਅਜਿਹੀ ਕਵਿੱਤਰੀ ਹੈ ਜਿਹੜੀ ਨਾਰੀਵਾਦੀ ਢੰਗ ਦੇ ਨਾਲ ਆਪਣੀ ਕਵਿਤਾ ਨੂੰ ਲਿਖਦੀ ਹੈ, ਪੇਸ਼ ਕਰਦੀ ਹੈ। ਨਾਰੀਵਾਦੀ ਨਜ਼ਰੀਆ ਕੀ ਹੁੰਦਾ ਹੈ? ਨਾਰੀਵਾਦੀ ਨਜ਼ਰੀਆ ਉਹ ਹੈ ਜਿਹੜਾ ਔਰਤ ਦੇ ਹੱਕਾਂ ਦੀ ਗੱਲ ਕਰਦਾ ਹੋਵੇ, ਔਰਤ ਦੀ ਸਮਾਜ ਦੇ ਵਿੱਚ ਹਾਸ਼ੀਆਗਤ ਸਥਿਤੀ ਹੈ ਜਿਹੜੀ ਉਸ ਨੂੰ ਕੇਂਦਰ ਦੇ ਵਿੱਚ ਰੱਖ ਕੇ ਪੇਸ਼ ਕਰਦਾ ਹੋਵੇ, ਉਹ ਨਾਰੀਵਾਦੀ ਲੇਖਕ ਹੈ। ਵਿਦਿਆਰਥੀਓ, ਇਹ ਵੀ ਇੱਕ ਬਹੁਤ ਵੱਡੀ ਧਾਰਨਾ ਹੈਗੀ, ਇੱਕ ਵਿਚਾਰਧਾਰਾ ਹੈਗੀ ਹੈ, ਨਾਰੀਵਾਦੀ ਵਿਚਾਰਧਾਰਾ। ਇਹਦੇ ਬਾਰੇ ਥੋੜ੍ਹੀ ਜਿਹੀ 2 ਮਿੰਟ ਆਪਾਂ ਗੱਲ ਕਰਦੇ ਹਾਂ। ਔਰਤ ਦੀ ਸਥਿਤੀ ਹੈ ਜਿਹੜੀ ਸਾਡੇ ਸਮਾਜ ਦੇ ਵਿੱਚ, ਉਹ ਕਿਸ ਤਰ੍ਹਾਂ ਦੀ ਹੈ, ਇਹਦੇ ਪਿੱਛੇ ਕਿਹੜੇ ਕਾਰਨ ਹੈ ਜਿਹੜੇ ਉਹ ਕੰਮ ਕਰ ਰਹੇ ਹਨ, ਇਹ ਸਥਿਤੀ ਕਿਉਂ ਹੋ ਗਈ। ਜਦੋਂ ਅਸੀਂ ਸਾਡੇ ਸਮਾਜਿਕ ਇਤਿਹਾਸ ਦੀ ਗੱਲ ਕਰਦੇ ਹਾਂ, ਉਸ ਸਮੇਂ ਇੱਕ ਗੱਲ ਗਿਆਤ ਹੁੰਦੀ ਹੈ, ਪਤਾ ਲੱਗਦੀ ਹੈ ਕਿ ਇਹ ਸਥਿਤੀ ਸ਼ੁਰੂ ਤੋਂ ਇਸ ਤਰ੍ਹਾਂ ਦੀ ਨਹੀਂ ਸੀ। ਸਮਾਜ ਦੇ ਮੁੱਢ ਦੇ ਵਿੱਚ ਔਰਤ ਤੇ ਮਰਦ ਬਰਾਬਰ ਦੇ ਅਧਿਕਾਰ ਰੱਖਦੇ ਸੀ, ਔਰਤ ਤੇ ਮਰਦ ਬਰਾਬਰ ਦੀਆਂ ਸਥਿਤੀਆਂ ਦੇ ਵਿੱਚ ਰਹਿੰਦੇ ਸੀਗੇ। ਉਹ ਕੁਦਰਤ ਨਾਲ ਲੜ ਰਹੇ ਸੀਗੇ, ਕੁਦਰਤ ਨਾਲ ਲੜ ਕੇ ਕੁਦਰਤ ਦੇ ਉੱਪਰ ਜਿੱਤ ਪ੍ਰਾਪਤ ਕਰਦੇ ਸੀਗੇ ਔਰ ਜਿੱਤਦੇ ਹਾਰਦੇ ਹੋਏ ਅੱਗੇ ਵੱਧ ਰਹੇ ਸੀਗੇ। ਸਮਾਜ ਸਮੂਹ ਦੇ ਵਿੱਚ ਰਹਿ ਰਿਹਾ ਸੀਗਾ। ਔਲਾਦ ਦੀ ਜਿਹੜੀ ਪਹਿਚਾਣ ਆ ਉਹ ਔਰਤ ਤੋਂ ਹੁੰਦੀ ਸੀ, ਮਾਂ ਤੋਂ ਹੁੰਦੀ ਸੀ। ਮਾਤਰੀ ਪ੍ਰਧਾਨ ਸਮਾਜ ਸੀਗਾ ਉਹ। ਹੌਲੀ ਹੌਲੀ ਜਦੋਂ ਸਾਡੇ ਸਮਾਜ ਨੇ ਵਿਕਾਸ ਕੀਤਾ ਤਾਂ ਸਾਡਾ ਸਮਾਜ, ਸਾਡਾ ਜਿਹੜਾ ਔਰਤ ਤੇ ਮਰਦ ਹੈ, ਇਨਸਾਨ ਹੈ, ਮਨੁੱਖ ਹੈ, ਉਹ ਜੰਗਲਾਂ ਚੋਂ ਨਿਕਲ ਕੇ ਪੱਧਰੇ ਸਥਾਨਾਂ ਤੇ ਆ ਗਿਆ। ਉੱਥੇ ਉਹਨਾਂ ਨੇ ਖੇਤੀਬਾੜੀ ਸ਼ੁਰੂ ਕਰਤੀ। ਇਸ ਖੇਤੀਬਾੜੀ ਤੋਂ ਬਾਅਦ ਇੱਕ ਪਦਾਰਥ ਦੇ ਉੱਪਰ ਮਾਲਕੀ ਦਾ ਸੰਕਲਪ ਪੈਦਾ ਹੋਇਆ। ਇਹ ਮਾਲਕੀ ਦੇ ਸੰਕਲਪ ਨੇ ਕੀ ਕੀਤਾ ਕਿ ਸਾਡੇ ਰਿਸ਼ਤਿਆਂ ਦੇ ਉੱਪਰ ਮਰਦ ਨੂੰ ਪਹਿਲ ਦੇਤੀ ਤੇ ਔਰਤ ਦੂਜੇ ਥਾਂ ਤੇ ਚਲੀ ਗਈ, ਕਿਉਂਕਿ ਔਰਤ ਸਰੀਰਕ ਤੌਰ ਤੇ ਕਮਜ਼ੋਰ ਸੀ। ਉਹ ਘਰ ਦੀ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਰਸੋਈ ਦੇ ਕੰਮ ਦੇ ਨਾਲ ਸੰਬੰਧਿਤ ਹੋ ਗਈ, ਬੱਚੇ ਪੈਦਾ ਕਰਦੀ ਹੈ, ਜਾਂ ਉਹ ਘਰ ਦੇ ਕੰਮ ਕਰਦੀ ਹੈ। ਬਾਹਰਲੇ ਕੰਮ ਸਾਰੇ ਮਰਦ ਕਰਦਾ ਹੈ। ਬਾਹਰਲੇ ਕੰਮ ਜਿਹੜੇ ਵੀ ਕਰਦਾ ਮਰਦ, ਉਹਨਾਂ ਦੇ ਉੱਪਰੋਂ ਕਾਬਜ ਹੋ ਜਾਂਦਾ, ਉਹਨਾਂ ਦਾ ਮਾਲਕ ਬਣ ਜਾਂਦਾ। ਘਰ ਦੇ ਵਿੱਚ ਕੁੜੀ ਦੇ ਸਥਾਨ ਦੇ ਉੱਪਰ ਮੁੰਡੇ ਦੀ ਜਿਹੜੀ ਸਥਿਤੀ ਹੈ ਉਹ ਮਜ਼ਬੂਤ ਹੋ ਜਾਂਦੀ ਹੈ। ਪੁੱਤਰ ਦੀ ਜਿਹੜੀ ਚਾਹਤ ਹੈ ਧੀ ਦੇ ਨਾਲੋਂ ਉਹ ਵੱਧ ਜਾਂਦੀ ਹੈ। ਹੌਲੀ ਹੌਲੀ ਸਥਿਤੀਆਂ ਇਹ ਅੱਗੇ ਵਧਦੀਆਂ ਔਰਤ ਦੀ ਜਿਹੜੀ ਸਪੇਸ ਹੈ ਹੌਲੀ ਹੌਲੀ ਘਟਦੀ ਇੱਕ ਦਿਨ 0 ਤੱਕ ਪਹੁੰਚ ਜਾਂਦੀ ਹੈ। ਉਸ ਤੋਂ ਬਾਅਦ ਕੀ ਹੈ ਕਿ ਜਦੋਂ ਔਰਤ ਆਪਣੀ ਇਸ ਸਥਿਤੀ ਦੀ ਪਹਿਚਾਣ ਕਰਦੀ ਹੈ, ਪੜ੍ਹੇ ਲਿਖਿਆ ਸਮਾਜ ਤੋਂ ਇਹਨੂੰ ਪਹਿਚਾਣ ਕਰਦਾ। ਯੂਰਪ ਦੇ ਇੱਕ ਬਹੁਤ ਵੱਡੀ ਨਾਰੀਵਾਦੀ ਵਿਚਾਰਧਾਰਾ ਚੱਲੀ, ਨਾਰੀਵਾਦੀ ਸੰਘਰਸ਼ ਹੋਇਆ। ਉਹਨਾਂ ਨਾਰੀਵਾਦੀ ਸੰਘਰਸ਼ਾਂ ਦੇ ਵਿੱਚ ਉਸ ਔਰਤ ਨੇ ਆਪਣਾ ਵੋਟ ਦਾ ਅਧਿਕਾਰ ਵੀ ਵਾਪਸ ਲੈਤਾ, ਆਪਣੇ ਹੱਕਾਂ ਦੀ ਵੀ ਗੱਲ ਵਾਪਸ ਲੈਤੀ, ਮਾਲਕੀ ਦਾ ਜਿਹੜਾ ਸੀਗਾ ਉਹ ਵੀ ਆਪਣਾ ਜਿਹੜਾ ਅਧਿਕਾਰ ਆ ਵਾਪਸ ਲੈਤਾ, ਸੰਵਿਧਾਨ ਦੇ ਵਿੱਚ ਸੋਧਾਂ ਕਰਵਾਈਆਂ। ਤੇ ਇਹ ਨਾਰੀਵਾਦੀ ਪ੍ਰਭਾਵ ਸਮੁੱਚੇ ਵਰਲਡ ਦੇ ਉੱਪਰ ਫੈਲਿਆ ਤੇ ਪੰਜਾਬ ਦੇ ਵਿੱਚ ਵੀ ਇਹ ਨਾਰੀਵਾਦੀ ਜਿਹੜੀ ਸੋਚ ਹੈਗੀ ਆ ਉਹ ਉੱਭਰਨੀ ਸ਼ੁਰੂ ਹੋਈ। ਪਹਿਲਾਂ ਸਭ ਤੋਂ ਸਾਡੀ ਜਿਹੜੀ ਨਾਰੀਵਾਦੀ ਲੇਖਿਕਾ ਅੰਮ੍ਰਿਤਾ ਪ੍ਰੀਤਮ, ਬੇਸ਼ੱਕ ਉਹਨੇ ਸਿੱਧੇ ਰੂਪ ਦੇ ਵਿੱਚ ਇਹ ਚੀਜ਼ ਦੀ ਗੱਲ ਨਹੀਂ ਕੀਤੀ, ਪਰ ਮਨਜੀਤ ਟਿਵਾਣਾ ਸਿੱਧੇ ਰੂਪ ਦੇ ਵਿੱਚ ਨਾਰੀਵਾਦੀ ਵਿਚਾਰਧਾਰਾ ਨੂੰ ਲੈ ਕੇ ਆਉਂਦੀ ਹੈ ਔਰ ਉਹ ਔਰਤ ਦੇ ਹੱਕਾਂ ਪ੍ਰਤੀ ਔਰਤ ਨੂੰ ਸੁਚੇਤ ਕਰ ਰਹੀ ਹੈ। ਸਾਡੇ ਸਮਾਜ ਦੇ ਵਿੱਚ ਜਿਹੜੀ ਸਾਡੀ ਭਾਸ਼ਾ ਹੈਗੀ ਹੈ, ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਰਿਸ਼ਤੇ ਹੈਗੇ ਆ, ਉਹਨਾਂ ਦਾ ਮਾਲਕ ਕਿਤੇ ਨਾ ਕਿਤੇ ਮਰਦ ਹੈ। ਇਹ ਅੱਜ ਨਹੀਂ ਹੋਇਆ, ਸਦੀਆਂ ਤੋਂ ਤੁਰੀ ਆ ਰਹੀ ਇੱਕ ਪਰੰਪਰਾ ਹੈਗੀ। ਉਹਦੇ ਮੁਤਾਬਕ ਉਹ ਸਾਰੀ ਚੀਜ਼ਾਂ ਨੂੰ ਮਿਲ ਰਹੀਆਂ। ਸਾਡੇ ਸਮਾਜ ਦੇ ਵਿੱਚ ਹੁਣ ਅਸੀਂ ਸਥਿਤੀ ਦੇਖਦੇ ਹਾਂ, ਜਿਹੜੀ ਭਾਸ਼ਾ ਹੈਗੀ ਹੈ, ਜਦੋਂ ਉਸ ਭਾਸ਼ਾ ਦੇ ਵਿੱਚ ਗਾਲ ਕੱਢੀ ਜਾਂਦੀ ਹੈ, ਮਰਦ ਦੋ ਆਪਸ ਦੀ ਲੜ ਰਹੇ ਹੈ, ਪਰ ਉਹ ਮਰਦਾਂ ਦੀ ਜਿਹੜੀ ਭਾਸ਼ਾ ਹੈਗੀ ਹੈ, ਜਦੋਂ ਗਾਲਾਂ ਕੱਢੀਆਂ ਜਾਂਦੀਆਂ ਸਾਰੀਆਂ ਔਰਤ ਨੂੰ ਲੱਗਦੀਆਂ। ਇੱਕ ਔਰਤ ਜਦੋਂ ਦੂਸਰੀ ਔਰਤ ਨੂੰ ਮਿਲਦੀ ਹੈ, ਉਹਨੂੰ ਦਬਾਵਾਂ ਦਿੰਦੀ ਆ ਉਹ, ਤਾਂ ਉਹ ਸਾਰੀਆਂ ਦਬਾਵਾਂ ਮਰਦ ਨੂੰ ਲੱਗਦੀਆਂ। ਇਹ ਸਾਡੀ ਇੱਕ ਸੋਚ ਹੈਗੀ ਹੈ ਸਾਡੇ ਸਮਾਜ ਦੇ ਵਿੱਚ ਕਿ ਭਾਸ਼ਾ ਦੇ ਵਿੱਚ ਵੀ ਔਰਤ ਨੂੰ ਗੈਰ ਹਾਜ਼ਰ ਕਰ ਦਿੱਤਾ ਗਿਆ, ਜਾਂ ਭਾਸ਼ਾ ਦੇ ਵਿੱਚ ਵੀ ਔਰਤ ਦੀ ਜਿਹੜੀ ਸਥਿਤੀ ਆ ਉਹ ਡਾਮਾਡੋਲ ਕਰ ਦਿੱਤੀ ਗਈ। ਸਮਾਜ ਦੇ ਵਿੱਚ ਜਿੰਨੇ ਪੈਦਾਵਾਰੀ ਸਾਧਨ ਆ ਉਹਨਾਂ ਦੇ ਉੱਪਰ ਮਰਦ ਕਾਬਜ ਹੋ ਗਿਆ ਔਰ ਔਰਤ ਉਹਦੇ
ਹੱਥਾਂ ਵੱਲ ਦੇਖਣ ਲੱਗ ਗਈ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਨਾਰੀਵਾਦੀ ਲੇਖਕ ਸਮਝਦੇ ਆ ਤੇ ਔਰਤ ਨੂੰ ਉਹਦੇ ਹੱਕਾਂ ਦੇ ਦਿਵਾਉਣ ਦੀ ਗੱਲ ਕਰਦੇ ਹੈਗੇ ਆ। ਹੁਣ ਮਨਜੀਤ ਟਿਵਾਣਾ ਆਪਣੀਆਂ ਕਵਿਤਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਸ਼ੇ ਲੈ ਕੇ ਆਉਂਦੀ ਹੈ। ਆਪਾਂ ਦੇਖਦੇ ਹਾਂ ਮਨਜੀਤ ਟਿਵਾਣਾ ਦਾ ਜਿਹੜਾ ਸੋਚ ਕੀ ਹੈ, ਕਿਸ ਢੰਗ ਦੇ ਨਾਲ ਉਹ ਆਪਣੇ ਵਿਸ਼ੇ ਨੂੰ ਲੈ ਕੇ ਆਉਂਦੀ ਹੈ, ਜੀਵਨ ਵੇਰਵਾ ਦੇਖਦੇ ਉਹਦਾ ਕੀ ਹੈ, ਔਰ ਨਾਰੀਵਾਦੀ ਸੋਚ ਜਿਹੜੀ ਉਹਦੀ ਹੈਗੀ ਉਹ ਕਿਸ ਢੰਗ ਦੇ ਨਾਲ ਉਹ ਪੇਸ਼ ਕਰਦੀ ਹੈ। ਆਧੁਨਿਕ ਪੰਜਾਬੀ ਕਵਿਤਾ ਵਿੱਚ ਮਨਜੀਤ ਟਿਵਾਣਾ ਦਾ ਨਾਂ ਇੱਕ ਪ੍ਰਮੁੱਖ ਨਾਰੀਵਾਦੀ ਕਵਿੱਤਰੀ ਦੇ ਤੌਰ ਤੇ ਸਾਹਮਣੇ ਆਉਂਦਾ ਹੈ। ਉਹਦਾ ਨਾਰੀਵਾਦੀ ਰੈਡੀਕਲ ਨਾਰੀਵਾਦੀ ਧਾਰਾ ਤੋਂ ਪ੍ਰਭਾਵਿਤ ਹੈ। ਉਗਰ ਰੈਡੀਕਲ ਹੁੰਦਾ ਉਗਰ ਖਾੜਕੂ ਨਾਰੀਵਾਦ, ਜਿਹਦੇ ਵਿੱਚ ਉਹ ਕਹਿੰਦੇ ਆ ਵੀ ਸੁਧਾਰਾਂ ਨਾਲ ਹੀ ਕੰਮ ਚੱਲਣਾ, ਬਦਲਾਅ ਕਰਨੇ ਪੈਣਗੇ। ਬਦਲਾਅ ਕੀ ਹੋਊਗਾ? ਔਰਤ ਨੂੰ ਉਹਦੇ ਹੱਕ ਦੇਣੇ ਪੈਣਗੇ। ਔਰਤ ਦੀ ਜਿਹੜੀ ਸਪੇਸ ਹੈ 50% ਜਾਂ ਸਮਾਜ ਦੇ ਵਿੱਚ ਉਹ ਉਹਨੂੰ ਦੇਣੀ ਪਊਗੀ। ਔਰਤ ਨੂੰ ਵੀ ਮਰਦ ਦੀ ਤਰ੍ਹਾਂ ਇੱਕ ਇਨਸਾਨ ਸਮਝਿਆ ਜਾਊਗਾ। ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਆ ਤੇ ਇਹ ਹੱਕ ਕਹਿੰਦੇ ਲੜ ਕੇ ਲੈਣੇ ਪੈਣਗੇ। ਮਨਜੀਤ ਟਿਵਾਣਾ ਨੇ ਬਹੁਤ ਹੀ ਬੋਲਡ ਕਾਵਿ ਭਾਸ਼ਾ ਰਾਹੀਂ ਮਰਦ ਪ੍ਰਧਾਨ ਸਮਾਜਿਕ ਅਤੇ ਸੰਸਕ੍ਰਿਤਿਕ ਸੰਸਥਾਵਾਂ ਦਾ ਵਿਸਫੋਟ ਕੀਤਾ ਹੈ। ਬੋਲਡ ਕਾਵਿ ਭਾਸ਼ਾ ਜਿਸ ਢੰਗ ਨਾਲ ਮਰਦ ਬੋਲੀ ਦਾ ਜ਼ਿਕਰ ਕਰਦੇ, ਜਿਵੇਂ ਹੁਣ ਮਰਦ ਹੁੰਦੇ ਹੈਗੇ ਆ ਉਹ ਗਾਲਾਂ ਕੱਢ ਕੇ ਕਰਦੇ ਹੈਗੇ ਆ ਜਾਂ ਉਹ ਉਸ ਤਰ੍ਹਾਂ ਦੀ ਭਾਸ਼ਾ ਵਰਤਦੇ ਹੈਗੇ ਆ। ਤੇ ਮਨਜੀਤ ਟਿਵਾਣਾ ਕਹਿੰਦੀ ਵੀ ਸਾਡੇ ਕੋਲੇ ਵੀ ਭਾਸ਼ਾ ਹੈਗੀ ਹੈ, ਅਸੀਂ ਵੀ ਉਸ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ। ਤੇ ਉਹ ਕਾਵਿ ਭਾਸ਼ਾ ਕਿਤੇ ਨਾ ਕਿਤੇ ਵਰਤਦੀ ਹੈ ਤੇ ਮਰਦ ਪ੍ਰਧਾਨ ਜਿਹੜਾ ਸਮਾਜ ਤੇ ਸੰਸਕ੍ਰਿਤਿਕ ਸੰਸਥਾਵਾਂ ਨੇ ਉਹਨੂੰ ਚੁਣੌਤੀ ਦਿੰਦੀ ਹੈ ਬਹੁਤ ਵੱਡੀ, ਕਿ ਇਹ ਜਿਹੜੀਆਂ ਸਮਾਜਿਕ ਸੰਸਥਾਵਾਂ ਦਾ ਨਿਰਮਾਤਾ ਮਰਦ ਬਣਿਆ ਬੈਠਾ ਹੈ, ਔਰਤ ਤੋਂ ਬਗੈਰ ਮਰਦ ਵੀ ਕੁਛ ਨਹੀਂ ਹੈ। ਇਸ ਕਰਕੇ ਇਕੱਲਾ ਮਰਦ ਸਮਾਜ ਦਾ ਹਰ ਇੱਕ ਜਗ੍ਹਾ ਦੇ ਉੱਪਰ ਕਾਬਜ ਹੋਈ ਜਾਂਦਾ। ਇਹ ਕਬਜ਼ੇ ਨੂੰ ਛਡਾਉਣ ਦੀ ਗੱਲ ਉਹ ਕਰਦੀ ਹੈ। ਸੰਸਕ੍ਰਿਤਿਕ ਜਿਹੜੀਆਂ ਸੰਸਥਾਵਾਂ ਹੁੰਦੀਆਂ, ਜਿਵੇਂ ਸਾਡਾ ਧਰਮ ਹੋ ਗਿਆ, ਸਾਡਾ ਸੱਭਿਆਚਾਰ ਹੋ ਗਿਆ ਤੇ ਸਾਡਾ ਜਿਹੜਾ ਬਾਕੀ ਢਾਂਚਾ ਹੈਗਾ ਉਹਦੇ ਉੱਤੇ ਵੀ ਮਰਦ ਕਾਬਜ ਹੈ। ਇਹਨਾਂ ਸੰਸਥਾਵਾਂ ਦੇ ਵਿੱਚ ਔਰਤ ਦੀ ਸਮੂਲੀਅਤ ਬਰਾਬਰ ਦੀ ਹੋਵੇ, ਇਹ ਗੱਲ ਮਨਜੀਤ ਟਿਵਾਣਾ ਕਰ ਰਹੀ ਹੈ। ਮਨਜੀਤ ਟਿਵਾਣਾ ਦੀ ਕਵਿਤਾ ਵਿੱਚ ਮਰਦ ਪ੍ਰਧਾਨ ਰਿਸ਼ਤਿਆਂ ਦਾ ਵਿਸਫੋਟ ਕਰਕੇ ਮੁਹੱਬਤੀ ਰਿਸ਼ਤਿਆਂ ਦੀ ਤਲਾਸ਼ ਕੀਤੀ ਗਈ ਹੈ। ਉਹ ਚੁਣੌਤੀ ਦਿੰਦੀ ਹੈ ਮਰਦ ਦੀ ਹਰ ਇੱਕ ਚੀਜ਼ ਨੂੰ, ਔਰ ਉਹਦੇ ਵਿੱਚ ਕਹਿੰਦੀ ਹੈ ਕਿ ਜਿਹੜਾ ਮੁਹੱਬਤ ਹੈਗਾ, ਪਿਆਰ ਹੈ, ਇਹ ਬਰਾਬਰ ਦੀ ਧਿਰਾਂ ਦੇ ਵਿੱਚ ਹੁੰਦਾ, ਬਰਾਬਰ ਦੀ ਸਥਿਤੀਆਂ ਦੇ ਵਿੱਚ ਹੁੰਦਾ। ਇਹਦੇ ਵਿੱਚ ਕਬਜ਼ੇ ਵਾਲੀ ਭਾਵਨਾ ਨਹੀਂ ਹੋਣੀ ਚਾਹੀਦੀ। ਮਰਦ ਅਤੇ ਵਿਆਹ ਉਸ ਲਈ ਅਜਿਹੀਆਂ ਸੰਸਥਾਵਾਂ ਹਨ ਜਿਨ੍ਹਾਂ ਨਾਲ ਭਾਰਤ ਤੇ ਪੰਜਾਬੀ ਔਰਤ ਹੋਰ ਗੁਲਾਮ ਹੁੰਦੀ ਹੈ। ਹੁਣ ਜਿਹੜੀ ਸਾਡਾ ਸਮਾਜ ਸੀਗਾ, ਸਮਾਜ ਸ਼ੁਰੂ ਦੇ ਵਿੱਚ ਜੰਗਲਾਂ ਦੇ ਵਿੱਚੋਂ, ਜਿਵੇਂ ਆਪਾਂ ਪਹਿਲਾਂ ਦੱਸਿਆ ਹੈਗਾ ਕਿ ਪੱਧਰੇ ਸਥਾਨਾਂ ਤੇ ਆ ਕੇ ਖੇਤੀ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਸਾਡੇ ਰਿਸ਼ਤੇ ਹੈਗੇ ਆ, ਕਿਤੇ ਨਾ ਕਿਤੇ ਜਿਹੜੀ ਸਾਡੀ ਸਥਿਤੀਆਂ ਹੈਗੀਆਂ ਉਹ ਬਦਲਦੀਆਂ। ਉਹ ਸਥਿਤੀਆਂ ਤੇ ਰਿਸ਼ਤੇ ਕਿਵੇਂ ਬਦਲਦੇ ਆ? ਸਾਡੇ ਸਮਾਜ ਦੇ ਵਿੱਚ ਪਰਿਵਾਰ ਦੀ ਸੰਸਥਾ ਸ਼ੁਰੂ ਹੁੰਦੀ ਹੈ। ਸਾਡੇ ਪਰਿਵਾਰ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਵਿਆਹ ਦੀ ਇੱਕ ਸੰਸਥਾ ਪਰੰਪਰਾ ਸ਼ੁਰੂ ਹੋ ਜਾਂਦੀ ਹੈ। ਇਹ ਸਾਰੀਆਂ ਪਰੰਪਰਾਵਾਂ ਉਹ ਕਹਿੰਦੀ ਕਿਤੇ ਨਾ ਕਿਤੇ ਔਰਤ ਨੂੰ ਗੁਲਾਮ ਬਣਾਉਂਦੀਆਂ। ਗੁਲਾਮ ਕੀ ਬਣਾਉਂਦੀਆਂ? ਉਹਦੀ ਸਥਿਤੀ ਨੂੰ ਉਹ ਇਸ ਤਰ੍ਹਾਂ ਨਾਲ ਪੇਸ਼ ਕਰਦੇ ਹੈਗੇ ਕਿ ਕਿਤੇ ਔਰਤ ਜਿਹੜੀ ਸਿਰਫ ਇੱਕ ਪਸ਼ੂ ਦੀ ਤਰ੍ਹਾਂ ਹੈ, ਇੱਕ ਮੱਝ ਗਾਂ ਦੀ ਤਰ੍ਹਾਂ ਹੈ, ਜਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਉੱਪਰ ਸ਼ਿਫਟ ਕਰ ਦਿੱਤੀ ਜਾਂਦੀ ਹੈ। ਵਿਆਹ ਤੋਂ ਬਾਅਦ ਦੂਸਰਾ ਨਵਾਂ ਪਰਿਵਾਰ ਮਿਲਦਾ ਸੀਗਾ, ਉਹ ਨਵੇਂ ਪਰਿਵਾਰ ਦੇ ਵਿੱਚ ਉਹਦੀ ਜਿਹੜੀ ਸਥਿਤੀ ਹੈਗੀ ਹੈ, ਪਹਿਲਾਂ ਉਹਨੂੰ ਸਮਝਣ ਦੇ ਵਿੱਚ ਕਿੰਨਾ ਟਾਈਮ ਲੱਗਦਾ ਸੀਗਾ। ਇਹ ਸਾਰੀਆਂ ਚੀਜ਼ਾਂ ਨੂੰ ਇਹ ਮਨਜੀਤ ਟਿਵਾਣਾ ਆਪਣੀਆਂ ਕਵਿਤਾਵਾਂ ਦੇ ਵਿੱਚ ਪੇਸ਼ ਕਰਦੀ ਹੈ ਕਿ ਇਹ ਸਥਿਤੀਆਂ ਨਹੀਂ ਹੋਣੀਆਂ ਚਾਹੀਦੀਆਂ, ਬਰਾਬਰ ਦੀਆਂ ਸਥਿਤੀਆਂ ਹੋਣੀਆਂ ਚਾਹੀਦੀਆਂ, ਔਰ ਬਰਾਬਰ ਦੀਆਂ ਸਥਿਤੀਆਂ ਦੇ ਵਿੱਚ ਜਿਹੜਾ ਅਧਿਕਾਰ ਹੈਗੇ ਉਹ ਵੀ ਬਰਾਬਰ ਦੇ ਹੋਣੇ ਚਾਹੀਦੇ ਆ। ਹੁਣ ਇਸ ਤਰ੍ਹਾਂ ਦੀ ਗੱਲ ਉਹ ਆਪਣੀ ਕਵਿਤਾ ਦੇ ਵਿੱਚ ਕਰਦੀ ਹੈ। ਇਸੇ ਲਈ ਮਨਜੀਤ ਟਿਵਾਣਾ ਦੀ ਕਵਿਤਾ ਵਿੱਚ ਪਤੀ ਨਾਲੋਂ ਦੋਸਤ ਅਤੇ ਮਹਿਬੂਬ ਦਾ ਰਿਸ਼ਤਾ ਵਧੇਰੇ ਸਵੀਕਾਰ ਕਰਨ ਯੋਗ ਮੰਨਿਆ ਗਿਆ। ਮਨਜੀਤ ਟਿਵਾਣਾ ਦੇ ਉਣੀਂਦਾ ਵਰਤਮਾਨ ਇਹ ਕਾਵਿ ਸੰਗ੍ਰਹਿ ਦੇ ਉੱਪਰ ਉਹਨੂੰ ਭਾਰਤੀ ਸਾਹਿਤ ਅਕਾਡਮੀ ਦਾ ਨਾਮ ਮਿਲਿਆ ਸੀਗਾ। ਮਨਜੀਤ ਟਿਵਾਣਾ ਦੀਆਂ ਕਵਿਤਾਵਾਂ ਦੇ ਪ੍ਰਮੁੱਖ ਵਿਸ਼ੇ ਔਰਤ ਦਾ ਗੌਰਵ, ਔਰਤ ਦਾ ਜਿਹੜਾ ਮਾਣ ਸਨਮਾਨ ਹੈਗਾ ਉਹਨੂੰ ਕਿਵੇਂ ਬਹਾਲ ਕੀਤਾ ਜਾਵੇ, ਉਹਦੀ ਪਹਿਚਾਣ ਕੀ ਹੈ, ਅਤੇ ਜਿਹੜੀਆਂ ਸਥਿਤੀਆਂ ਦੇ ਵਿੱਚ ਉਹ ਗੁਲਾਮ ਹੈਗੀ ਆ ਉਹਦੇ ਤੋਂ ਮੁਕਤੀ ਕਿਵੇਂ ਪ੍ਰਾਪਤ ਕੀਤੀ ਜਾਵੇ, ਇਹਦੇ ਬਾਰੇ ਉਹਦੇ ਕਵਿਤਾਵਾਂ ਦੇ ਪ੍ਰਮੁੱਖ ਵਿਸ਼ੇ ਆ ਉਹਦੀਆਂ ਕਵਿਤਾਵਾਂ ਦੇ। ਉਸ ਦਾ ਜਨਮ 1 ਜਨਵਰੀ 1946 ਈਸਵੀ ਨੂੰ ਹੋਇਆ। ਉਸ ਦੇ ਕਾਵਿ ਸੰਗ੍ਰਹਿ ਜਿਹੜੇ ਇਲਜ਼ਾਮ, ਇਲਹਾਮ, ਉਣੀਂਦਾ ਵਰਤਮਾਨ, ਸਵਿਤਰੀ, ਜਿਨ ਪ੍ਰੇਮ ਕੀਓ ਅਤੇ ਅੱਗ ਦੇ ਮੋਤੀ, ਇਹ ਉਹਦੇ ਸਮੁੱਚੇ ਕਾਵਿ ਸੰਗ੍ਰਹਿ ਹੈ ਜਿਨ੍ਹਾਂ ਦੇ ਵਿੱਚ ਉਹਨੇ ਆਪਣੇ ਵਿਸ਼ਿਆਂ ਨੂੰ ਔਰਤਵਾਦੀ ਨਾਰੀਵਾਦੀ ਢੰਗ ਦੇ ਨਾਲ ਪੇਸ਼ ਕੀਤਾ ਹੈਗਾ। ਆਪਣੇ ਵਿਸ਼ਿਆਂ ਨੂੰ ਉਹਨੇ ਰੈਡੀਕਲ ਨਾਰੀਵਾਦੀ ਢੰਗ ਦੇ ਨਾਲ ਪੇਸ਼ ਕੀਤਾ। ਮਨਜੀਤ ਟਿਵਾਣਾ ਦੀ ਕਵਿਤਾ ਆਧੁਨਿਕ ਯੁੱਗ ਦੇ ਮੋਹ ਵਿਹੂਣੇ ਮਸ਼ੀਨੀ ਅਤੇ ਉਪਭੋਗੀ ਰਿਸ਼ਤਿਆਂ ਦਾ ਨਕਾਰਨ ਕਰਦੀ ਹੈ। ਜਿਹੜਾ ਵਰਤਮਾਨ ਯੁੱਗ ਹੈਗਾ ਉਹਦੇ ਵਿੱਚ ਸਾਡੇ ਰਿਸ਼ਤੇ ਕਿਸ ਢੰਗ ਦੇ ਨਾਲ ਪੂੰਜੀ ਦੇ ਹੇਠ ਆ ਕੇ ਗੁਲਾਮੀ
ਦੇ ਵਿੱਚ ਆ ਜਾਂਦੇ ਆ, ਕਿਸੇ ਨਾ ਕਿਸੇ ਢੰਗ ਦੇ ਨਾਲ ਸਾਡੇ ਰਿਸ਼ਤਿਆਂ ਦਾ ਜਿਹੜਾ ਮੋਹ ਮੁਹੱਬਤ ਉਹ ਖਤਮ ਹੋ ਜਾਂਦੀ ਹੈ, ਉਹਦੀ ਗੱਲ ਉਹ ਕਿਤੇ ਆਪਣੀਆਂ ਕਵਿਤਾਵਾਂ ਦੇ ਵਿੱਚ ਕਰਦੀ ਹੈ। ਆਧੁਨਿਕ ਕਾਵ ਸੰਵੇਦਨਾ ਉਸ ਦੀ ਕਵਿਤਾ ਨੂੰ ਵਿਲੱਖਣ ਬਣਾਉਂਦੀ ਹੈ। ਨਿਰਸੰਦੇਹ ਮਨਜੀਤ ਟਿਵਾਣਾ ਅਮਰਤਾ ਪ੍ਰੀਤਮ ਤੋਂ ਬਾਅਦ ਪ੍ਰਮੁੱਖ ਨਾਰੀਵਾਦੀ ਕਵਿੱਤਰੀ ਹੈ, ਜਿਸ ਨੇ ਔਰਤ ਦੇ ਮਸਲਿਆਂ ਨੂੰ ਦਲੇਰੀ ਨਾਲ ਔਰਤ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ। ਔਰਤ ਦੇ ਜਿਹੜੇ ਮਸਲੇ ਸੀਗੇ, ਔਰਤ ਦੀਆਂ ਜਿਹੜੀਆਂ ਸਥਿਤੀਆਂ ਸੀਗੀਆਂ, ਉਹਨੂੰ ਬੜੀ ਦਲੇਰੀ ਦੇ ਨਾਲ ਆਪਣੀਆਂ ਕਾਵ ਰਚਨਾਵਾਂ ਦੇ ਵਿੱਚ ਪੇਸ਼ ਕੀਤਾ ਹੈ। ਜਿਹੜੀ ਉਹਦੀ ਪਹਿਲੀ ਕਵਿਤਾ ਹੈਗੀ ਆਧੁਨਿਕ ਪੰਜਾਬੀ ਕਵਿਤਾ ਵਿੱਚ ਮਨਜੀਤ ਟਿਵਾਣਾ ਇੱਕ ਨਾਰੀਵਾਦੀ ਕਵਿੱਤਰੀ ਦੇ ਤੌਰ ਤੇ ਸਥਾਪਿਤ ਹੁੰਦੀ ਹੈ। ਉਸਦੀ ਜਿਹੜੀ ਪਹਿਲੀ ਕਵਿਤਾ ਹੈਗੀ ਵਿੰਡੋ ਸ਼ਾਪਿੰਗ ਪ੍ਰਸਿੱਧ ਕਵਿਤਾ ਹੈ। ਇਸ ਕਵਿਤਾ ਦਾ ਕੇਂਦਰੀ ਭਾਵ ਔਰਤ ਭਾਵਨਾ ਦਾ ਉਹ ਬਿੰਦੂ ਹੈ ਜਿੱਥੇ ਮੁਹੱਬਤ ਦੇ ਅਰਥ ਪ੍ਰਗਟ ਹੁੰਦੇ ਹਨ। ਮਰਦ ਪ੍ਰਧਾਨ ਸਮਾਜ ਦੇ ਬਹੁਤੇ ਮੁੰਡਿਆਂ ਦੀ ਮੁਹੱਬਤ ਥੋੜ੍ਹ ਚਿਰੀ ਹੁੰਦੀ ਹੈ, ਟੁੱਟੀਆਂ ਬੰਗਾਂ ਵਰਗੀ, ਪਰ ਦੋਸਤੀ ਦਾ ਜਿਹੜਾ ਰਿਸ਼ਤਾ ਹੈਗਾ ਉਹ ਫਕੀਰੀ ਵਰਗਾ ਸੁਭਾਅ ਹੁੰਦਾ ਹੈ। ਦੋਸਤੀ ਦਾ ਜਿਹੜਾ ਰਿਸ਼ਤਾ ਹੈ ਉਹਦਾ ਜਜ਼ਬਾ ਫਕੀਰੀ ਵਾਲਾ ਹੁੰਦਾ ਹੈ, ਸਦਾ ਨਿਭਣ ਵਾਲਾ। ਕੁੜੀਆਂ ਵਿੰਡੋ ਸ਼ਾਪਿੰਗ ਕਰਦੀਆਂ ਕਈ ਵਾਰੀ ਰਿਸ਼ਤਿਆਂ ਨੂੰ ਵੀ ਵਿੰਡੋ ਸ਼ਾਪਿੰਗ ਵਾਂਗ ਲੈਂਦੀਆਂ ਹਨ। ਮਨਜੀਤ ਟਿਵਾਣਾ ਨਿਭਣ ਵਾਲੇ ਮੁਹੱਬਤੀ ਰਿਸ਼ਤਿਆਂ ਨੂੰ ਇਸ ਕਵਿਤਾ ਵਿੱਚ ਪੇਸ਼ ਕਰਦੀ ਹੈ। ਦੂਸਰੀ ਜਿਹੜੀ ਕਵਿਤਾ ਸੀ ਉਹਦੀ ਹੈਗੀ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾ। ਮਨਜੀਤ ਟਿਵਾਣਾ ਦੀ ਇਹ ਵੀ ਇੱਕ ਕਵਿਤਾ ਜਿਹੜੀ ਬਹੁਤ ਪ੍ਰਸਿੱਧ ਹੈ। ਇਸ ਦੀ ਕਵਿਤਾ ਦੀ ਪਿੱਠਭੂਮੀ ਪੰਜਾਬ ਦਾ ਉਹ ਸੰਕਟ ਹੈ ਜਿਸ ਵਿੱਚ ਪੰਜਾਬੀਆਂ ਵਿੱਚ ਫਿਰਕੂ ਜ਼ਹਿਰ ਘੋਲਣ ਦੇ ਪ੍ਰਯਤਨ ਸ਼ੁਰੂ ਹੋਏ। ਪੰਜਾਬ ਦੇ ਦਰਿਆਵਾਂ ਦੇ ਸਾਂਝੇ ਪਾਣੀਆਂ ਵਿੱਚ ਅੱਗ ਲੱਗੀ ਹੋਈ ਹੈ। ਚਾਰੇ ਪਾਸੇ ਦਹਿਸ਼ਤਗਰਦੀ ਅਤੇ ਅਵਿਸ਼ਵਾਸੀ ਦਾ ਮਾਹੌਲ ਹੈ। ਖੂਨ ਦੇ ਝਣਾ ਵਗ ਰਹੇ ਹਨ। ਹਿੰਸਾ ਤੇ ਮਾਤਮ ਪੰਜਾਬ ਦੀ ਧਰਤੀ ਤੇ ਹੈ। ਅਜਿਹੇ ਸਮੇਂ ਸੱਚ ਤੇ ਨਿਆਂ ਮਰ ਗਿਆ। ਕਵਿਤਰੀ ਪੰਜਾਬ ਦੇ ਸਲਾਮਤੀ ਲਈ ਭਰਾਤਰੀ ਭਾਵ ਦੇ ਰਿਸ਼ਤੇ ਸਥਾਪਿਤ ਕਰਨ ਦਾ ਸੁਨੇਹਾ ਸਿਰਜਦੀ ਹੈ। ਸੋ ਵਿਦਿਆਰਥੀਓ, ਆਪਾਂ ਇਹਨਾਂ ਦੋਨਾਂ ਕਵਿਤਾਵਾਂ ਦੇ ਸਰਲ ਅਰਥ ਕਰਦੇ ਹਾਂ ਤੇ ਇਹਦੇ ਵਿੱਚੋਂ ਪੈਦਾ ਹੋਣ ਵਾਲੇ ਕੁਐਸਚਨਾਂ ਦੀ ਗੱਲ ਕਰਾਂਗੇ। ਹੁਣ ਮਨਜੀਤ ਟਿਵਾਣਾ ਦੇ ਜੀਵਨ ਵੇਰਵੇ ਦੀ ਗੱਲ ਕੀਤੀ ਆਪਾਂ। ਜੀਵਨ ਵੇਰਵੇ ਦੇ ਵਿੱਚ ਇੱਕ ਤਾਂ ਇਹ ਆਉਂਦਾ ਕਿ ਉਹ ਕਿਸ ਢੰਗ ਦੀ ਕਵਿਤਰੀ ਹੈ, ਉਹ ਨਾਰੀਵਾਦੀ ਕਵਿਤਰੀ ਹੈਗੀ ਆ, ਨਾਰੀਵਾਦ ਨੂੰ ਲੈ ਕੇ ਚੱਲਦੀ ਹੈ। ਦੂਸਰਾ, ਉਹਦੇ ਕਿਸ ਕਾਵਿ ਸੰਗ੍ਰਹਿ ਦੇ ਵਿੱਚ ਉਹਨੂੰ ਸਾਹਿਤ ਅਕਾਡਮੀ ਦਾ ਨਾਮ ਮਿਲਿਆ, ਉਨਿੰਦਾ ਵਰਤਮਾਨ ਦੇ ਉੱਪਰ। ਤੀਸਰਾ ਇਹ ਆ ਸਕਦਾ ਹੈ ਕਿ ਜਿਹੜੀ ਮਨਜੀਤ ਟਿਵਾਣਾ ਹੈਗੀ ਹੈ ਉਹਦੀਆਂ ਕਿਹੜੀਆਂ ਕਵਿਤਾਵਾਂ ਇਸ ਕਾਵਿ ਸੰਗ੍ਰਹਿ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਵਿੰਡੋ ਸ਼ਾਪਿੰਗ, ਦੂਸਰੀ ਹੈਗੀ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾ। ਪਹਿਲੀ ਕਵਿਤਾ ਉਹਦੀ ਵਿੰਡੋ ਸ਼ਾਪਿੰਗ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਵਿੰਡੋ ਸ਼ਾਪਿੰਗ ਹੁੰਦੀ ਕੀ ਹੈ, ਵਿੰਡੋ ਸ਼ਾਪਿੰਗ ਕਿਸ ਚੀਜ਼ ਨੂੰ ਕਿਹਾ ਜਾਂਦਾ ਹੈ, ਪਹਿਲਾਂ ਇਹਦੇ ਬਾਰੇ ਤੁਸੀਂ ਚੰਗੀ ਤਰ੍ਹਾਂ ਸਮਝ ਲਓ। ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਘੁੰਮਣ ਜਾਂਦੇ ਹੋ, ਬਾਜ਼ਾਰ ਦੇ ਵਿੱਚ ਜੇ ਕਿਸੇ ਮਾਲ ਦੇ ਵਿੱਚ ਚਲੇ ਗਏ ਜਾਂ ਕਿਸੇ ਬਾਜ਼ਾਰ ਦੇ ਵਿੱਚ ਚਲੇ ਗਏ, ਤੁਸੀਂ ਕੋਈ ਚੀਜ਼ ਖਰੀਦਣੀ ਨਹੀਂ ਹੁੰਦੀ, ਸਿਰਫ ਦੇਖਣੀ ਹੈ। ਉਹ ਜਿਹੜੀ ਬਾਜ਼ਾਰ ਦੇ ਵਿੱਚ ਦੁਕਾਨਾਂ ਦੇ ਬਾਹਰ ਚੀਜ਼ਾਂ ਰੱਖੀਆਂ ਪਈਆਂ, ਉਹ ਦੇਖ ਕੇ ਤੁਸੀਂ ਵਾਪਸ ਆ ਜਾਓ, ਉਹਨੂੰ ਖਰੀਦੋ ਨਾ, ਉਹਨੂੰ ਵਿੰਡੋ ਸ਼ਾਪਿੰਗ ਕਿਹਾ ਜਾਂਦਾ ਹੈ। ਸੋ ਜਦੋਂ ਇੱਕ ਝੁੰਡ ਦੇ ਵਿੱਚ ਤੁਸੀਂ ਘਰ ਤੋਂ ਬਾਹਰ ਨਿਕਲ ਕੇ ਬਾਜ਼ਾਰ ਘੁੰਮਣ ਜਾਂਦੇ ਹੋ, ਉਹ ਅਸਲ ਦੇ ਵਿੱਚ ਵਿੰਡੋ ਸ਼ਾਪਿੰਗ ਹੀ ਹੈ। ਕੁੜੀਆਂ ਸ਼ਾਮ ਨੂੰ ਸੈਰ ਕਰਦੀਆਂ ਦੋਸਤੀ ਦੀ ਵਿੰਡੋ ਸ਼ਾਪਿੰਗ ਲਈ ਨਿਕਲ ਪੈਂਦੀਆਂ ਨੇ। ਕੋਈ ਮੁੰਡਾ ਸੂਟ ਦੇ ਪ੍ਰਿੰਟ ਵਾਂਗ ਵਧੀਆ ਲੱਗਦਾ, ਪਰ ਬੋਦੇ ਕੱਪੜੇ ਵਾਂਗ ਛੇਤੀ ਹੀ ਫਟ ਜਾਣ ਵਾਲਾ। ਕਹਿੰਦੇ ਕੁੜੀਆਂ ਸ਼ਾਮ ਨੂੰ ਹੋਸਟਲ ਦੇ ਵਿੱਚੋਂ ਇਕੱਠੀਆਂ ਹੋ ਕੇ ਬਾਜ਼ਾਰ ਦੇ ਵਿੱਚ ਨਿਕਲ ਜਾਂਦੀਆਂ, ਮਾਰਕੀਟ ਦੇ ਵਿੱਚ ਨਿਕਲ ਜਾਂਦੀਆਂ, ਉੱਥੇ ਵਿੰਡੋ ਸ਼ਾਪਿੰਗ ਕਰਦੀਆਂ, ਉੱਥੇ ਦੇਖਣ ਬਾਜ਼ਾਰ ਕਿਸ ਤਰ੍ਹਾਂ ਦਾ ਉਸ ਤਰ੍ਹਾਂ ਦੇਖਣ ਜਾਂਦੀ ਹੈ ਤੇ ਉਹਨਾਂ ਦੀਆਂ ਨਜ਼ਰਾਂ ਮੁੰਡਿਆਂ ਤੇ ਪੈਂਦੀਆਂ। ਮੁੰਡਿਆਂ ਦੇ ਸੁਭਾਵਾਂ ਦੀ ਗੱਲ ਕੀਤੀ, ਬਹੁਤ ਸਾਰੇ ਮੁੰਡੇ ਆ ਜਿਹੜੇ ਉਹਨਾਂ ਦਾ ਜਿਵੇਂ ਸੂਟ ਦਾ ਇੱਕ ਪ੍ਰਿੰਟ ਬਹੁਤ ਵਧੀਆ ਹੁੰਦਾ ਹੈ, ਸੂਟ ਦੀ ਇੱਕ ਦਿੱਖ ਬਹੁਤ ਵਧੀਆ ਹੁੰਦੀ ਹੈ, ਉੱਦਾਂ ਦਾ ਸੁਭਾਅ ਹੁੰਦਾ ਹੈ, ਪਰ ਉਹ ਅੰਦਰੋਂ ਬੋਦੇ ਕੱਪੜੇ ਵਰਗੇ ਹੈ, ਛੇਤੀ ਹੀ ਫਟ ਜਾਣ ਵਾਲੇ। ਕਿਸੇ ਦਾ ਰੰਗ ਵਧੀਆ ਲੱਗਦਾ ਹੈ ਪਰ ਛੇਤੀ ਹੀ ਫਿੱਟ ਜਾਣ ਵਾਲਾ। ਬਹੁਤ ਸਾਰੇ ਦੇਖਣ ਨੂੰ ਬਹੁਤ ਸੋਹਣੇ ਰੰਗਾਂ ਦੇ ਮਾਲਕ ਹੁੰਦੇ ਆ, ਪਰ ਉਹਨਾਂ ਦਾ ਰੰਗ ਜਲਦੀ ਫਿੱਟ ਜਾਣ ਵਾਲਾ ਹੈ, ਉਹਨਾਂ ਦਾ ਸੁਭਾਅ ਉਸ ਤਰ੍ਹਾਂ ਦਾ ਹੁੰਦਾ ਹੈ। ਕਿਸੇ ਦੇ ਸੁਭਾਅ ਦੀ ਟੈਕਸਚਰ ਚੰਗੀ ਲੱਗਦੀ ਹੈ। ਟੈਕਸਚਰ ਕੀ ਹੁੰਦਾ? ਟੈਕਸਚਰ ਹੁੰਦਾ ਬੁਣਤੀ। ਟੈਕਸਚਰ ਬੁਣਤੀ ਨੂੰ ਕਿਹਾ ਜਾਂਦਾ, ਉਹਦੀ ਠਾਠ ਨੂੰ ਕਿਹਾ ਜਾਂਦਾ, ਉਹਦੀ ਦਿੱਖ ਨੂੰ ਕਿਹਾ ਜਾਂਦਾ। ਪਰ ਸਿੰਥੈਟਿਕ ਕੱਪੜੇ ਵਾਂਗ ਸਾਹ ਘੁੱਟਣ ਵਾਲਾ, ਪਰ ਜਿਹੜਾ ਉਹਨਾਂ ਦਾ ਸੁਭਾਅ ਹੈਗਾ ਸਿੰਥੈਟਿਕ ਕੱਪੜੇ ਵਰਗਾ, ਜਿਹੜਾ ਕਿ ਗੁਲਾਮੀ ਦੀ ਅਵਸਥਾ ਤੱਕ ਲਿਜਾਣ ਵਾਲਾ ਹੁੰਦਾ। ਕੋਈ ਰੇਅਰ ਪ੍ਰਿੰਟ ਜਿਹਾ ਹੁੰਦਾ, ਰੇਅਰ ਪ੍ਰਿੰਟ ਹੁੰਦਾ ਜਿਹੜਾ ਖਾਸ ਤਰ੍ਹਾਂ ਦਾ ਦੁਰਲੱਭ, ਕੋਈ ਦੁਰਲੱਭ ਪ੍ਰਿੰਟ ਵਰਗਾ ਮੁੰਡਾ ਜਿਸ ਨੂੰ ਜਕਾ ਤਕਾ ਕਰਦੀ ਇੰਨੇ ਨੂੰ ਕੋਈ ਹੋਰ ਖਰੀਦ ਲਈ ਜਾਂਦੀ ਹੈ। ਕਹਿੰਦੇ ਜਿਹਨੂੰ ਜਗ੍ਹਾ ਤੱਕ ਕਰਦੀ ਹੈ ਪਰ ਇੰਨੇ ਨੂੰ ਕੋਈ ਹੋਰ ਆ ਕੇ ਉਹਨੂੰ ਖਰੀਦ ਕੇ ਲੈ ਜਾਂਦਾ। ਰੇਅਰ ਪ੍ਰਿੰਟ ਇਸ ਤਰ੍ਹਾਂ ਦਾ ਵੀ ਬਾਜ਼ਾਰ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ। ਕੋਈ ਸੇਲ ਤੇ ਕੌਡੀਆਂ ਦੇ ਭਾਅ ਵਿਕਦਾ। ਕਈਆਂ ਮੁੰਡਿਆਂ ਦਾ ਸੁਭਾਅ ਹੁੰਦਾ ਕਿ ਸੇਲ ਦੇ ਉੱਪਰ ਜਿਵੇਂ ਸਮਾਨ ਵਿਕਦਾ ਉਸ ਤਰ੍ਹਾਂ ਨਾਲ ਵਿਕਣ ਵਾਲੇ ਹੁੰਦੇ ਆ, ਕੌਡੀਆਂ ਦੇ ਭਾਅ ਵਿਕਣ ਵਾਲੇ ਹੁੰਦੇ ਆ। ਉਹਨਾਂ ਦਾ ਸੁਭਾਅ ਬੜਾ ਚੰਚਲ ਹੁੰਦਾ, ਉਹ ਕਿਤੇ ਨਹੀਂ
ਟਿਕਦੇ, ਕਿਤੇ ਨਹੀਂ ਰੁਕਦੇ, ਔਰ ਉਹਨਾਂ ਦੀ ਸੁਭਾਅ ਦੇ ਮੁਤਾਬਕ ਉਹ ਕੌਡੀਆਂ ਦੇ ਭਾਅ ਵਿਕਣ ਵਾਲਾ ਹੁੰਦਾ। ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ, ਸਮਾਜ ਦੇ ਵਿੱਚ ਵੀ ਨਹੀਂ ਹੁੰਦਾ, ਬਾਜ਼ਾਰ ਦੇ ਵਿੱਚ ਵੀ ਨਹੀਂ ਹੁੰਦਾ। ਕੋਈ ਇੰਪੋਰਟਡ ਪੀਸ ਜਿਹਾ ਹੁੰਦਾ, ਕੋਈ ਜਿਹੜਾ ਬਾਹਰੋਂ ਖਰੀਦੀ ਚੀਜ਼ ਵਰਗਾ, ਆਜ਼ਾਦ ਕੀਤੀ ਚੀਜ਼ ਵਰਗਾ ਬੜਾ ਇੰਪੋਰਟਡ ਹੁੰਦਾ। ਕੋਈ ਚੀਨੀ ਰੇਸ਼ਮ ਵਰਗਾ ਕਿਸੇ ਦਾ ਸੁਭਾਅ ਹੁੰਦਾ, ਕਿਸੇ ਦਾ ਜਾਪਾਨੀ ਬੋਰੋਕੇਡ ਕੱਪੜੇ ਵਰਗਾ ਸੁਭਾਅ ਹੁੰਦਾ, ਕੋਈ ਅਮਰੀਕਨ ਜਾਰਜਟ ਵਰਗਾ ਹੁੰਦਾ। ਇਹ ਸਾਰੇ ਜਿਹੜੇ ਹੈਗੇ ਬਾਹਰਲੇ ਦੇਸ਼ਾਂ ਤੋਂ ਖਰੀਦੇ ਗਏ ਕੱਪੜੇ, ਦਰਾਮਦ ਕੀਤੇ ਗਏ ਕੱਪੜੇ, ਉਹਨਾਂ ਦਾ ਉਸ ਤਰ੍ਹਾਂ ਦੇ ਲੱਗਦੇ ਆ। ਕਹਿੰਦਾ ਕੋਈ ਭਾਰਤੀ ਪਿਓਰ ਕਾਟਨ ਜਿਹਾ ਸੂਤੀ ਕੱਪੜੇ ਵਰਗਾ, ਭਾਰਤ ਦੇ ਪਿਓਰ ਹੁੰਦਾ ਹੈਗਾ ਸ਼ੁੱਧ, ਤੇ ਕਾਟਨ ਹੁੰਦਾ ਹੈਗਾ ਸੂਤ, ਕਪਾਹ ਦਾ ਬਣਿਆ ਹੋਇਆ ਕੱਪੜਾ। ਕੁੜੀਆਂ ਸ਼ਾਮ ਨੂੰ ਸੈਰ ਕਰਦੀਆਂ, ਦੋਸਤੀ ਦੀ ਵਿੰਡੋ ਸ਼ਾਪਿੰਗ ਕਰਕੇ ਰੋਲ ਕਾਲ ਤੱਕ ਆਪਣੇ ਛੋਟੇ ਛੋਟੇ ਬਟੂਆਂ ਵਿਚਲੀ ਮਨ ਦੀ ਭਾਲ ਨੂੰ ਸਾਂਭ ਰੱਖਦੀਆਂ ਹੋਸਟਲ ਪਰਤਦੀਆਂ ਨੇ। ਜਦੋਂ ਹੋਸਟਲ ਦੇ ਵਿੱਚ ਸ਼ਾਮ ਦੀ ਹਾਜ਼ਰੀ ਲੱਗਣੀ ਹੁੰਦੀ ਹੈ, ਉਦੋਂ ਪਹਿਲਾਂ ਉਹ ਵਾਪਸ ਆਪਣੇ ਹੋਸਟਲਾਂ ਦੇ ਵਿੱਚ ਆ ਜਾਂਦੀਆਂ। ਇਹ ਸੈਰ ਕਰਦੀਆਂ ਉਹ ਆਪਣੇ ਘਰ, ਆਪਣੇ ਹੋਸਟਲ ਦੇ ਵਿੱਚ ਵਾਪਸ ਮੁੜ ਆਉਂਦੀਆਂ, ਤੇ ਔਰ ਤਰ੍ਹਾਂ ਦੀ ਜਿਹੜੀ ਬਾਹਰੋਂ ਉਹ ਯਾਦ ਲੈ ਕੇ ਆਉਂਦੀਆਂ, ਉਹਨੂੰ ਸਾਂਭ ਕੇ ਰੱਖਦੀਆਂ, ਔਰ ਉਹਦੇ ਬਾਰੇ ਗੱਲਾਂ ਕਰਦੀਆਂ। ਕਵਿਤਰੀ ਇਹ ਚੀਜ਼ ਨੂੰ ਪੇਸ਼ ਕਰ ਰਹੀ ਹੈਗੀ ਹੈ। ਅੱਗੇ ਜਾ ਕੇ ਕੀ ਹੈ, ਮੁੰਡੇ ਤਾਂ ਬਸ ਮੁੰਡੇ ਹੁੰਦੇ ਨੇ। ਕਵਿਤਰੀ ਕਹਿੰਦੀ ਵੀ ਮੁੰਡੇ ਤਾਂ ਮੁੰਡੇ ਹੀ ਹੁੰਦੇ ਆ, ਉਹਨਾਂ ਦਾ ਸੁਭਾਅ ਉਹਨਾਂ ਵਰਗੇ ਹੁੰਦਾ। ਉਹਨੂੰ ਇਹ ਕਹਿ ਸਕਦੇ ਹੋ ਕਿ ਉਹ ਸਿਰਫ ਆਪਣੇ ਸੁਭਾਅ ਦੇ ਮਾਲਕ ਖੁਦ ਹੁੰਦੇ ਆ, ਉਹਨਾਂ ਦੀ ਸੋਚ ਨੂੰ ਤੁਸੀਂ ਪ੍ਰਭਾਵਿਤ ਨਹੀਂ ਕਰ ਸਕਦੇ, ਜਾਂ ਉਹਨਾਂ ਦੀ ਸੋਚ ਆਪਣੀ ਹੁੰਦੀ ਹੈ। ਮੁੰਡੇ ਤਾਂ ਬਸ ਮੁੰਡੇ ਹੁੰਦੇ ਨੇ, ਮਾਂ ਦੀਆਂ ਟੁੱਟੀਆਂ ਬੰਗਾਂ ਦੇ। ਜਿਹੜੀ ਮਾਂ ਦੀਆਂ ਬੰਗਾਂ ਟੁੱਟ ਜਾਂਦੀਆਂ, ਉਹਨਾਂ ਵਰਗੇ ਹੁੰਦੇ ਮੁੰਡੇ ਦੇ ਸੁਭਾਅ। ਤਾਂ ਉਹ ਤਾਂ ਉਹਨਾਂ ਬੰਗਾਂ ਤੋਂ ਟੁੱਟੇ ਹੋਏ ਕਲਾਡੀਓਸਕੋਪ ਅਸਲ ਦੇ ਵਿੱਚ ਕਲੋਡੀਓਸਕੋਪ ਅਸਲ ਦੇ ਵਿੱਚ ਅਜਿਹਾ ਇੱਕ ਯੰਤਰ ਕਹਿ ਸਕਦੇ ਹੋ ਤੁਸੀਂ, ਜਿਸ ਰਾਹੀਂ ਅਲੱਗ-ਅਲੱਗ ਰੰਗ ਦੇਖੇ ਜਾ ਸਕਦੇ ਨੇ। ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੂੰ ਪਹਿਚਾਨਿਆ ਜਾ ਸਕਦਾ ਹੈ। ਚੂੜੀਆਂ ਦੇ ਟੁਕੜਿਆਂ ਦੇ ਬਹੁਭਾਂਤੀ ਨਮੂਨੇ ਪੇਸ਼ ਕਰਨ ਵਾਲਾ ਸ਼ੀਸ਼ਿਆਂ ਦੀ ਸਹਾਇਤਾ ਨਾਲ ਬਣਿਆ ਇੱਕ ਯੰਤਰ, ਇਹ ਵੀ ਕਹਿ ਸਕਦੇ ਹਾਂ ਆਪਾਂ ਕਲਾਡੀਓਸਕੋਪ, ਜਿਸ ਰਾਹੀਂ ਤਰ੍ਹਾਂ ਦੇ ਰੰਗਾਂ ਦੀ ਪਹਿਚਾਣ ਕੀਤੀ ਜਾਂਦੀ ਹੈ। ਕਲਾਡੀਓਸਕੋਪ ਦੇ ਦਿਸਦੇ ਅਣਗਿਣਤ ਨਮੂਨੇ ਜਿਹੇ ਮੁੰਡੇ ਤਾਂ ਬਸ ਮੁੰਡੇ ਹੁੰਦੇ ਨੇ, ਨਵੇਂ ਪ੍ਰਿੰਟ ਜਿਹੇ ਛੇਤੀ ਹੀ ਕਾਮਨ ਹੋਣ ਜਾਣ ਵਾਲੇ। ਤੇ ਦੋਸਤੀ, ਹੁਣ ਅਸਲ ਦੇ ਵਿੱਚ ਇੱਥੇ ਆ ਕੇ ਇਹਨਾਂ ਨੇ ਆਪਣੀ ਡੈਫੀਨੇਸ਼ਨ ਨੂੰ ਕਲੀਅਰ ਕੀਤਾ ਹੈ। ਤੇ ਦੋਸਤੀ ਕਿਸੇ ਸੂਫੀ ਫਕੀਰ ਦਾ ਚੋਲਾ। ਦੋਸਤੀ ਦੀ ਡੈਫੀਨੇਸ਼ਨ ਨਿਸ਼ਚਿਤ ਕਰਨ ਦੀ ਖਾਤਰ ਤਾਂ ਫਿਰ ਕਹਿੰਦੀ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਜਾਣਾ ਪਊਗਾ। ਦੋਸਤੀ ਹੁੰਦੀ ਹੈ ਸੂਫੀ ਫਕੀਰ, ਇੱਕ ਸੂਫੀ ਫਕੀਰ ਜਿਸ ਤਰ੍ਹਾਂ ਰੱਬ ਨੂੰ ਪਿਆਰ ਕਰਦਾ, ਮੁਹੱਬਤ ਕਰਦਾ, ਉਹਦੇ ਇੱਕ ਚੋਲਾ ਪਾਇਆ ਹੋਇਆ, ਉਹ ਚੋਲੇ ਦੀ ਫਿਟਿੰਗ ਦਾ ਕੋਈ ਨੰਬਰ ਨਹੀਂ ਹੈਗਾ। ਇਸ ਤਰ੍ਹਾਂ ਦੀ ਦੋਸਤੀ ਹੁੰਦੀ ਹੈ। ਦੋਸਤੀ ਕਹਿੰਦੇ ਤੁਹਾਡੇ ਸੁਭਾਅ ਦੇ ਵਿੱਚ ਘੁਲੀ ਹੋਣੀ ਹੁੰਦੀ ਹੈ। ਦੋਸਤੀ ਦਿੱਖ ਦੇ ਵਿੱਚ ਨਹੀਂ ਹੁੰਦੀ, ਦੇਖਣ ਦੇ ਵਿੱਚ ਨਹੀਂ ਹੁੰਦੀ। ਦੋਸਤੀ ਕਿਸੇ ਸੁਭਾਅ ਦੇ ਵਿੱਚ ਹੁੰਦੀ ਹੈ। ਦੋਸਤੀ ਕਿਸੇ ਦੇ ਜਿਹੜੀ ਉਹਦੀ ਲਿਆਕਤ ਹੁੰਦੀ ਹੈ ਉਹਦੇ ਵਿੱਚ ਹੁੰਦੀ ਹੈ। ਦੋਸਤੀ ਦੀ ਆਪਣੀ ਡੈਫੀਨੇਸ਼ਨ ਹੁੰਦੀ ਹੈ, ਜਿਸ ਦੀ ਫਿਟਿੰਗ ਦਾ ਕੋਈ ਨੰਬਰ ਨਹੀਂ ਹੁੰਦਾ। ਜੋ ਦੀਵਾਨਗੀ ਦਾ ਫ੍ਰੀ ਸਾਈਜ਼ ਹੁੰਦਾ, ਉਹਦੇ ਪਿੱਛੇ ਤਾਂ ਫਿਰ ਦੀਵਾਨਗੀ ਹੁੰਦੀ ਹੈ, ਉਹਦੇ ਪਿੱਛੇ ਤਾਂ ਮੁਹੱਬਤ ਹੁੰਦੀ ਹੈ। ਇਹ ਫ੍ਰੀ ਸਾਈਜ਼ ਹੁੰਦੀ ਹੈ, ਜੋ ਤਣ ਦੀਆਂ ਟਾਕੀਆਂ ਭਾਵੇਂ ਨਾਲ ਢੱਕ ਸਕੇ। ਜਿਹੜੀਆਂ ਗਰੀਬੀ ਹੁੰਦੀ ਹੈ ਉਹਨੂੰ ਅਮੀਰੀ 'ਚ ਤਾਂ ਬੇਸ਼ੱਕ ਨਾ ਬਦਲ ਸਕੇ, ਪਰ ਮਨ ਦਾ ਲਿਬਾਸ ਜ਼ਰੂਰ ਬਣ ਜਾਂਦੀ ਹੈ। ਪਰ ਜਿਹੜਾ ਉਹ ਮਨ ਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹਨਾਂ ਨੂੰ ਜ਼ਰੂਰ ਪੂਰਾ ਕਰਦੀਆਂ। ਕੁੜੀਆਂ ਸ਼ਾਮ ਨੂੰ ਸੈਰ ਕਰਦੀਆਂ, ਦੋਸਤੀ ਦੀ ਵਿੰਡੋ ਸ਼ਾਪਿੰਗ ਕਰਕੇ ਰੋਲ ਕਾਲ ਤੇ ਆਪਣੇ ਬਟੂਆਂ ਵਿੱਚ ਦੀ ਮਨ ਦੀ ਭਾਣ ਸਾਂਭ ਰੱਖਦੀਆਂ, ਰੋਜ਼ ਵਾਂਗ ਹੋਸਟਲ ਪਰਤਦੀਆਂ ਨੇ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਜਿਹੜਾ ਸਾਡਾ ਵਰਤਮਾਨ ਸਮਾਜ ਹੈਗਾ, ਉਸ ਸਮਾਜ ਦੇ ਵਿੱਚ ਕਿਸ ਢੰਗ ਦੇ ਨਾਲ ਜਿਹੜੀ ਸਾਡੀ ਸੋਚ ਹੈਗੀ ਹੈ ਉਹ ਬਦਲ ਕੇ ਰੱਖ ਦਿੱਤੀ ਹੈ। ਸਾਡੇ ਰਿਸ਼ਤੇ ਕਿਸ ਢੰਗ ਨਾਲ ਪ੍ਰਭਾਵਿਤ ਹੋ ਰਹੇ ਆ। ਜਿਹੜਾ ਉੱਤਰ ਆਧੁਨਿਕਤਾ ਹੈ ਜਾਂ ਵਿਸ਼ਵੀਕਰਨ ਹੈ, ਉਸ ਨੇ ਇੱਕ ਉਪਭੋਗੀ ਸਮਾਜ, ਇੱਕ ਖਪਤ ਸੱਭਿਆਚਾਰ ਨੂੰ ਪੈਦਾ ਕੀਤਾ। ਇਸ ਖਪਤ ਸੱਭਿਆਚਾਰ ਦੇ ਵਿੱਚ ਜਿਹੜੇ ਸਾਡੇ ਰਿਸ਼ਤੇ ਆ ਉਹ ਵੀ ਉਸੇ ਤਰ੍ਹਾਂ ਦੇ ਨਾਲ ਹੀ ਬਣ ਗਏ ਆ। ਕਿਸੇ ਵੀ ਦੋਸਤੀ ਦਾ ਜਿਹੜਾ ਮੁੱਢ ਹੈਗਾ ਉਹ ਕਿਸੇ ਦੀ ਸ਼ਖਸੀਅਤ ਦਾ ਮਾਪ ਹੈ ਜਿਹੜਾ ਹੈਗਾ ਉਹ ਉਹਦੀ ਬਾਹਰੀ ਦਿੱਖ ਕਰਕੇ ਨਿਰਧਾਰਤ ਹੁੰਦਾ, ਉਹਦੀ ਅਮੀਰੀ ਕਰਕੇ ਨਿਰਧਾਰਤ ਹੁੰਦਾ, ਉਹਦੇ ਪੈਸੇ ਕਰਕੇ ਨਿਰਧਾਰਤ ਹੁੰਦਾ। ਉਹਦੇ ਸੁਭਾਅ ਦੀ ਗੱਲ ਨਹੀਂ ਕੀਤੀ ਜਾਂਦੀ, ਉਹਦੇ ਮਨ ਦੀ ਪੜਤ ਦੀ ਗੱਲ ਨਹੀਂ ਕੀਤੀ ਜਾਂਦੀ। ਉਸ ਤਰ੍ਹਾਂ ਦੀ ਗੱਲ ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਕੀਤੀ ਹੈ। ਦੂਸਰੀ ਜਿਹੜੀ ਕਵਿਤਾ ਹੈਗੀ ਉਹ ਹੈਗਾ ਰਿਸ਼ਤਿਆਂ ਦਾ ਕੀ ਰੱਖੀਏ ਨਾ। ਰਿਸ਼ਤਿਆਂ ਦਾ ਕੀ ਰੱਖੀਏ ਨਾ ਵਰਤਮਾਨ ਯੁੱਗ ਦੇ ਵਿੱਚ
ਉੱਤਰ ਆਧੁਨਿਕਤਾ ਜਾਂ ਵਿਸ਼ਵੀਕਰਨ ਦੇ ਦੌਰ ਦੇ ਵਿੱਚ ਕਿਸ ਢੰਗ ਦੇ ਨਾਲ ਸਾਡੇ ਰਿਸ਼ਤੇ ਬਦਲ ਰਹੇ ਹੈ, ਕਿਸ ਢੰਗ ਦੇ ਨਾਲ ਸਾਡੇ ਰਿਸ਼ਤਿਆਂ ਦੇ ਵਿੱਚ ਕਹਿ ਸਕਦੇ ਹੋ ਤੁਸੀਂ ਕਿ ਖਲਾ ਆ ਰਿਹਾ ਹੈ, ਕਿਸ ਢੰਗ ਨਾਲ ਸਾਡੇ ਰਿਸ਼ਤੇ ਟੁੱਟ ਰਹੇ ਹੈ, ਬਦਲਦੇ ਸਮਾਜਿਕ ਵਾਤਾਵਰਨ ਵਿੱਚ ਪਰੰਪਰਾਗਤ ਜਿਹੜੇ ਗੂੜੇ ਰਿਸ਼ਤੇ ਸੀਗੇ ਉਹ ਕਿਵੇਂ ਖਤਮ ਹੋ ਗਏ ਹੈ, ਤੇ ਮਨੁੱਖ ਕਿਸ ਤਰ੍ਹਾਂ ਵਿਗਾਨਗੀ ਤੇ ਤਰਾਸਦੀ ਵਾਲੇ ਮਾਹੌਲ ਦੇ ਵਿੱਚੋਂ ਗੁਜ਼ਰ ਰਿਹਾ ਹੈ, ਇਹਦੇ ਬਾਰੇ ਗੱਲ ਕੀਤੀ ਹੈ। ਆਪਣੇ ਖੂਨ ਦੀ ਵਗੇ 'ਚ ਨਾ ਰਿਸ਼ਤਿਆਂ ਦਾ ਕੀ ਰੱਖੀਏ ਨਾ। ਵਰਤਮਾਨ ਯੁੱਗ ਦੇ ਵਿੱਚ ਇਨਸਾਨੀਅਤ ਦੇ ਜਿਹੜੇ ਰਿਸ਼ਤੇ ਹੈ ਉਹ ਖਤਮ ਹੋ ਰਹੇ ਹੈ, ਇਨਸਾਨੀਅਤ ਦੇ ਰਿਸ਼ਤੇ ਦੂਰ ਜਾ ਰਹੇ ਹੈ। ਇਨਸਾਨ ਨੂੰ ਪੈਸੇ ਦੇ ਢੰਗ ਦੇ ਨਾਲ ਪਰਖ ਰਿਹਾ ਹੈ, ਇਨਸਾਨ ਦੂਜਿਆਂ ਦੇ ਹੱਕਾਂ ਨੂੰ ਮਾਰਨ ਦੀ ਗੱਲ ਕਰ ਰਿਹਾ। ਵਰਤਮਾਨ ਯੁੱਗ ਦੇ ਵਿੱਚ ਇਨਸਾਨੀਅਤ ਬਹੁਤ ਪਿੱਛੇ ਰਹਿ ਗਈ ਹੈ। ਅੱਜ ਤੋਂ ਜੇਕਰ ਤੁਸੀਂ ਬਜ਼ੁਰਗਾਂ ਨਾਲ ਗੱਲ ਕਰੋ 20-25 ਸਾਲ 30 ਸਾਲ ਪਹਿਲਾਂ ਦੀ, ਉਦੋਂ ਰਿਸ਼ਤਿਆਂ ਦੇ ਵਿੱਚ ਸਮਾਜ ਦੇ ਵਿੱਚ ਕੁਝ ਰਿਸ਼ਤੇ ਹੁੰਦੇ ਸੀਗੇ ਜਿਨ੍ਹਾਂ ਦੀ ਇੱਕ ਮਰਜ਼ਾਦਾ ਹੁੰਦੀ ਸੀ, ਇੱਕ ਮਾਣ ਹੁੰਦਾ ਸੀ, ਇੱਕ ਅਧਿਕਾਰ ਹੁੰਦਾ ਸੀ। ਉਹ ਰਿਸ਼ਤੇ ਅੱਜ ਸਾਡੇ ਖਤਮ ਹੋ ਰਹੇ ਹੈ। ਪੂੰਜੀਵਾਦੀ ਦੌਰ ਦੇ ਵਿੱਚ ਪੂੰਜੀ ਦੇ ਮਗਰ ਲਾ ਕੇ ਮਨੁੱਖ ਕਿਵੇਂ ਬੁਖਲਾ ਗਿਆ, ਕਿਸ ਢੰਗ ਦੇ ਨਾਲ ਉਹ ਨਿੱਜ ਵੱਲ ਵੱਧ ਗਿਆ, ਆਪਣੇ ਨਿੱਜੀ ਕੰਮਾਂ ਨੂੰ, ਆਪਣੇ ਨਿੱਜੀ ਪਹਿਲ ਨੂੰ ਮੂਹਰੇ ਰੱਖ ਰਿਹਾ, ਦੂਜੇ ਰਿਸ਼ਤਿਆਂ ਨੂੰ ਉਹ ਪੈਰਾਂ ਦੇ ਥੱਲੇ ਕੁਚਲ ਰਿਹਾ, ਉਹਦੀ ਗੱਲ ਕਰ ਰਹੀ ਹੈ ਕਵਿਤਰੀ। ਉਤਰੀਆਂ ਕਾਲੀਆਂ ਬੋਲੀਆਂ ਹਨੇਰੀਆਂ, ਨਾ ਰੁੱਤਾਂ ਤੇਰੀਆਂ ਨਾ ਰੁੱਤਾਂ ਮੇਰੀਆਂ। ਅੱਗੇ ਰੁੱਤਾਂ ਦਾ ਮਹੱਤਵ ਹੁੰਦਾ ਸੀ, ਵਰਤਮਾਨ ਯੁੱਗ ਦੇ ਵਿੱਚ ਇਸ ਤਰ੍ਹਾਂ ਦੇ ਕਾਲੀ ਹਨੇਰੀ ਚੱਲ ਪਈ ਹੈ, ਪੈਸੇ ਦੀ ਦੌੜ ਇੰਨੀ ਚੱਲ ਪਈ ਹੈ, ਇਸ ਦੇ ਵਿੱਚ ਮਨੁੱਖ ਆਪਣੇ ਰਿਸ਼ਤਿਆਂ ਨੂੰ ਵੀ ਭੁੱਲ ਚੁੱਕਿਆ ਹੈ। ਮਾਂ ਤੇ ਪੁੱਤ ਦਾ ਜਿਹੜਾ ਰਿਸ਼ਤਾ ਹੈ ਉਹਦੇ ਉੱਪਰ ਵੀ ਇਹ ਚੀਜ਼ ਨੇ ਪ੍ਰਭਾਵ ਪਾਇਆ। ਗੂੜੀ ਹਰੀਏ ਚੁੱਪ ਜਿਹੀ ਛਾਂ, ਕਰੇ ਉਡੀਕਾਂ ਬਣ ਕੇ ਮਾਂ। ਜਿਹੜੀ ਗੂੜੀ ਚੁੱਪ ਹੈ, ਹਰੀ ਛਾਂ ਹੈਗੀ, ਮਾਂ ਦੀ ਤਰ੍ਹਾਂ ਉਡੀਕਾਂ ਕਰ ਰਹੀ ਹੈ। ਮਾਂ ਵੀ ਉਡੀਕਾਂ ਕਰ ਰਹੀ ਹੈ ਆਪਣੇ ਪੁੱਤ ਦੀ, ਆਪਣੇ ਬੱਚਿਆਂ ਦੀ, ਪਰ ਉਹ ਬੱਚੇ ਜਿਹੜੇ ਹੈਗੇ ਉਹਦੇ ਨਾਲੋਂ ਦੂਰ ਜਾ ਚੁੱਕੇ ਹੈ। ਇਹ ਇੱਕ ਦੂਜੇ ਦੀ ਪਹਿਚਾਣ ਹੀ ਨਹੀਂ ਸਮਝ ਪਾ ਰਹੇ। ਇਹ ਰੁੱਤਾਂ ਹੁਣ ਨਾ ਤੇਰੀਆਂ ਰਹਿ ਗਈਆਂ ਨਾ ਮੇਰੀਆਂ ਰਹਿ ਗਈਆਂ। ਜਿਹੜੀ ਮਾਂ ਹੈਗੀ ਆਪਣੇ ਪੁੱਤਾਂ ਨੂੰ ਉਡੀਕ ਰਹੀ ਹੈਗੀ ਹੈ, ਜਿਹੜੇ ਆਪਣੇ ਪੈਸੇ ਦੀ ਦੌੜ ਦੇ ਮਗਰ ਮਾਂ ਤੋਂ ਬਹੁਤ ਦੂਰ ਜਾ ਚੁੱਕੇ ਹੈ। ਗੂੜੀ ਹਰੀਏ ਚੁੱਪ ਜੇ ਛਾਂ, ਕਰੇ ਉਡੀਕ ਬਣ ਕੇ ਮਾਂ। ਆਪਣੇ ਖੂਨ ਦੀ ਵਗੇ 'ਚ ਨਾ ਰਿਸ਼ਤਿਆਂ ਦਾ ਕੀ ਰੱਖੀਏ ਨਾ। ਤੇ ਸਾਡੇ ਹੁਣ ਤਾਂ ਇੱਥੇ ਸਿਰਫ ਤੇ ਸਿਰਫ ਇੱਕ ਪੈਸੇ ਦੀ ਦੌੜ ਰਹਿ ਗਈ ਹੈ। ਇੱਕ ਸਾਡੇ ਸਮਾਜ ਦੇ ਵਿੱਚ ਰਿਸ਼ਤੇ ਦੂਰ ਜਾ ਚੁੱਕੇ ਹੈ, ਔਰ ਉਹਨਾਂ ਰਿਸ਼ਤਿਆਂ ਨੂੰ ਵਾਪਸ ਲਿਆਉਣਾ ਕਿਵੇਂ ਸੰਭਵ ਹੋ ਸਕਦਾ ਹੈ। ਚਾਰੇ ਪਾਸੇ ਨਿਰਾਸ਼ਤਾ ਦਾ ਮਾਹੌਲ ਹੀ ਛਾਇਆ ਹੋਇਆ। ਕੌਣ ਸੁਣੇਗਾ ਡੁਸਕਦੀ ਬੰਸੀ, ਕੌਣ ਲਿਜਾਏ ਹਉ ਕਿਉਂ ਪਾਰ, ਦਰਿਆਵਾਂ ਨੂੰ ਲਾਂਬੂ ਲੱਗੇ। ਕੌਣ ਸੁਣੇ ਆਹਾਂ ਦੀ ਸਾਰ, ਕਿਹੀ ਭੈਣ ਕਿਹੜਾ ਵੀਰ, ਕਿਹੜੇ ਪੁੱਤਰ ਕਿਹੜੀ ਮਾਂ, ਰੁੱਖਾਂ ਦੇ ਹੇਠ ਮਰ ਗਈ ਛਾਂ। ਆਪਣੇ ਖੂਨ ਦੀ ਵਗੇ 'ਚ ਨਾ ਰਿਸ਼ਤਿਆਂ ਦਾ ਕੀ ਰੱਖੀਏ। ਇਸ ਜਿਹੜੀ ਹਨੇਰੀ ਚੱਲੀ ਹੈ ਨਾ, ਇਸ ਨੇ ਸਾਰੇ ਰਿਸ਼ਤਿਆਂ ਨੂੰ ਖਾ ਲਿਆ। ਪੈਸੇ ਦੀ ਦੌੜ ਨੇ ਸਾਰੇ ਰਿਸ਼ਤਿਆਂ ਨੂੰ ਖਾ ਲਿਆ। ਇੱਥੇ ਪ੍ਰੇਮ ਰੂਪੀ ਜਿਹੜੀ ਬੰਸਰੀ ਹੈ ਉਹਨੂੰ ਸੁਣਨ ਵਾਲਾ ਕੋਈ ਨਹੀਂ। ਕੋਈ ਵੀ ਵਿਛੋੜੇ ਦੇ ਹੌਂਕਿਆਂ ਨੂੰ ਤੋਂ ਪਾਰ ਲਿਜਾਣ ਵਾਲਾ ਨਹੀਂ ਹੈਗਾ। ਜਿਹੜੇ ਵਿਛੋੜਾ ਰੂਪੀ ਹੌਂਕੇ ਲੈ ਰਹੇ ਹੈਗੇ ਆ ਲੋਕ, ਵਿਛੜੇ ਹੋਏ ਲੋਕ ਹੈ, ਵਿਛੜੀਆਂ ਹੋਈਆਂ ਰੂਹਾਂ, ਉਹਨਾਂ ਨੂੰ ਉਹ ਸਥਾਨ ਪ੍ਰਾਪਤ ਨਹੀਂ ਹੋ ਪਾ ਰਹੇ। ਪਿਆਰ ਤੇ ਮੁਹੱਬਤ ਦੇ ਜਿਹੜੇ ਰਿਸ਼ਤੇ ਹੈਗੇ ਆ ਉਹ ਬਹੁਤ ਦੂਰ ਜਾ ਚੁੱਕੇ ਆ। ਜਿਹੜੇ ਪਿਆਰ ਰੂਪੀ ਦਰਿਆ ਹੈਗਾ ਉਹਨਾਂ ਨੂੰ ਲਾਂਬੂ ਲੱਗ ਚੁੱਕੇ ਆ। ਸਾਡੇ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਅਸਥਿਰ ਮਾਹੌਲ ਪੈਦਾ ਹੋ ਗਿਆ। ਜ਼ਹਿਰੀ ਦੁੱਧ ਖੂਨੀ ਗਾਂ। ਇਸ ਪੈਸਾ ਇਕੱਠਾ ਕਰਨ ਦੇ ਪਿੱਛੇ ਜਿਹੜੇ ਲੋਕ ਲੱਗੇ ਹੋਏ ਆ, ਉਹਨਾਂ ਨੇ ਸਾਡੇ ਰਿਸ਼ਤਿਆਂ ਨੂੰ ਵੀ ਖਤਮ ਕੀਤਾ, ਸਾਡੇ ਸਮਾਜਿਕ ਮਾਹੌਲ ਨੂੰ ਵੀ ਤਹਿਸ਼-ਨਹਿਸ਼ ਕਰ ਦਿੱਤਾ ਹੈ। ਜਿਹੜਾ ਸਾਡੇ ਪਹਿਲਾਂ ਪਵਿੱਤਰ ਮੰਨਿਆ ਜਾਂਦਾ ਸੀ ਦੁੱਧ, ਮਾਂ ਦਾ ਗਾਂ ਦਾ ਦੁੱਧ, ਉਹ ਵੀ ਜ਼ਹਿਰੀ ਕਰ ਦਿੱਤਾ। ਜ਼ਹਿਰੀ ਦੁੱਧ ਖੂਨੀ ਗਾਂ। ਤੇ ਜਿਹੜੀ ਗਾਂ ਹੈਗੀ ਆ ਉਹ ਪਵਿੱਤਰ ਪਸ਼ੂ ਮੰਨਿਆ ਗਿਆ ਸੀ, ਉਹ ਵੀ ਖੂਨੀ ਬਣਾ ਦਿੱਤਾ ਹੈ, ਉਹ ਵੀ ਖੂਨੀ ਬਣ ਗਿਆ। ਕਿੱਥੇ ਲੱਭੀਏ ਕਬਰ ਲਈ ਥਾਂ। ਹੁਣ ਤਾਂ ਇਹ ਵੀ ਮੁਸ਼ਕਿਲ ਹੋ ਗਿਆ ਕਿ ਮੌਤ ਤੋਂ ਬਾਅਦ ਜਗ੍ਹਾ ਨਹੀਂ ਲੱਭ ਰਹੀ। ਕਿਹਾ ਮੁਲਕ ਕਿਹਾ ਗਾਂ, ਕਿਸ ਤਰ੍ਹਾਂ ਦਾ ਮੁਲਕ ਹੈ, ਕਿਸ ਤਰ੍ਹਾਂ ਦਾ ਗ੍ਰਾਂ ਹੈ। ਮਰ ਗਿਆ ਹੁਣ ਸੱਚਾ ਨਿਆਂ। ਹੁਣ ਤਾਂ ਇੱਥੇ ਨਿਆਂ ਲਈ ਭਟਕਦੀਆਂ ਰੂਹਾਂ ਵੀ ਨਿਆਂ ਪ੍ਰਾਪਤ ਕਰਨ ਦੀ ਖਾਤਰ ਭਟਕ ਰਹੀਆਂ। ਉਹ ਸੱਚਾ ਨਿਆਂ ਵੀ ਉਹਨਾਂ ਨੂੰ ਨਹੀਂ ਮਿਲ ਰਿਹਾ। ਆਪਣੇ ਖੂਨ ਦੀ ਵਗੇ 'ਚ ਨਾ ਰਿਸ਼ਤਿਆਂ ਦਾ ਕੀ ਰੱਖੀਏ ਨਾ। ਇਸ ਸਮੁੱਚੇ ਮਾਹੌਲ ਦੇ ਵਿੱਚ ਰਿਸ਼ਤੇ ਬਦਲ ਰਹੇ ਹੈ, ਸਮਾਜ ਬਦਲ ਰਿਹਾ ਹੈ, ਪੁਰਾਣੀਆਂ ਗੂੜੀਆਂ ਦੋਸਤੀਆਂ ਬਦਲ ਰਹੀਆਂ। ਹੁਣ ਆਪਾਂ ਨਵੇਂ ਰਿਸ਼ਤਿਆਂ ਦਾ ਨਾਂ ਕੀ ਰੱਖੀਏ, ਕਿਸ ਤਰ੍ਹਾਂ ਦਾ ਆਪਾਂ ਉਹ ਜਿਹੜਾ ਸਮਾਜ ਹੈਗਾ ਉਹਨੂੰ ਵਾਪਸ ਲੈ ਕੇ ਆਈਏ।
ਇਹ ਸਮਾਜ ਬਹੁਤ ਮੁਸ਼ਕਲ ਲੱਗ ਰਿਹਾ ਹੈ। ਕਹਿੰਦਾ ਅੱਜ ਦੇ ਪਹਿਲੇ ਸਮੇਂ ਵਿੱਚ ਜਿਹੜਾ ਮਾਂ ਦਾ ਦਰਜਾ ਰੱਖਣ ਵਾਲੀ ਗਾਂ ਉਹ ਵੀ ਖੂਨੀ ਹੋ ਗਈ ਜਾਪਦੀ ਹੈ, ਤੇ ਜਿਹੜਾ ਉਹਦਾ ਦੁੱਧ ਹੈਗਾ ਉਹ ਵੀ ਜ਼ਹਿਰੀ ਹੋਇਆ ਜਾਪਦਾ ਹੈ। ਕੋਈ ਵੀ ਜਿਹੀ ਥਾਂ ਨਹੀਂ ਦਿਸਦੀ ਜਿਸ ਦੇ ਵਿੱਚ ਆਪਣੀ ਕਬਰ ਵੀ ਬਣਾਈ ਜਾ ਸਕੇ। ਆਪਣੇ ਪਿੰਡ ਜਾਂ ਮੁਲਕ, ਆਪਣੇ ਕੋਈ ਪਰੰਪਰਾ, ਜਿੱਥੇ ਕਹਿ ਸਕਦੇ ਤੁਸੀਂ ਆਪਣੀ ਕੋਈ ਥਾਂ ਹੀ ਨਹੀਂ ਦਿਸ ਰਹੀ, ਆਪਣਾ ਕੋਈ ਮਾਹੌਲ ਹੀ ਨਹੀਂ ਦਿਖ ਰਿਹਾ। ਇਸ ਤਰ੍ਹਾਂ ਦੀ ਗੱਲ ਕਵਿਤਰੀ ਇਹਦੇ ਵਿੱਚ ਕਰ ਰਹੀ ਹੈਗੀ ਹੈ, ਜਿੱਥੇ ਆਪਣਾ ਆਪਾਂ ਕੁਛ ਵੀ ਨਹੀਂ ਹੈਗਾ, ਜੋ ਵੀ ਹੈਗਾ ਇੱਥੇ ਸਾਰਾ ਕੁਛ ਮਰ ਚੁੱਕਾ ਹੈ, ਸੱਚ ਵੀ ਮਰ ਚੁੱਕਾ ਹੈ, ਨਿਆਂ ਵੀ ਮਰ ਚੁੱਕਾ ਹੈ, ਜਾਪਦਾ ਇਸ ਤਰ੍ਹਾਂ ਲੱਗ ਰਿਹਾ। ਇੱਥੇ ਤਾਂ ਬੇਸ਼ੱਕ ਆਪਣੇ ਖੂਨ ਦੀ ਝਣਾ ਵਗ ਰਹੀ ਹੈ, ਪਰ ਕੋਈ ਵੀ ਰਿਸ਼ਤਾ ਆਪਣਾ ਨਹੀਂ ਦਿਸ ਰਿਹਾ। ਇਸ ਸਮੁੱਚੇ ਮਾਹੌਲ ਦੇ ਵਿੱਚ ਮਨੁੱਖ ਬੜਾ ਨਿਰਾਸ਼ਾਵਾਦੀ ਢੰਗ ਦੇ ਨਾਲ ਵਿਚਰ ਰਿਹਾ ਹੈ। ਸੋ ਵਿਦਿਆਰਥੀਓ, ਇਸ ਕਵਿਤਾ ਦੇ ਵਿੱਚ ਬਦਲਦੇ ਸਮਾਜਿਕ ਵਾਤਾਵਰਨ, ਜਿਹੜਾ ਸਾਡਾ ਸਮਾਜਿਕ ਵਾਤਾਵਰਨ ਕਿਵੇਂ ਬਦਲਿਆ, ਉੱਤਰ ਆਧੁਨਿਕਤਾ ਨਾਲ ਵਿਸ਼ਵੀਕਰਨ ਦੇ ਨਾਲ ਸਾਡਾ ਮਨੁੱਖ ਇੰਨਾ ਕੁ ਪੈਸੇ ਦੇ ਮਗਰ ਲੱਗ ਗਿਆ, ਪੈਸੇ ਦੀ ਦੌੜ ਦੇ ਵਿੱਚ ਇੰਨਾ ਕੁ ਗਲਤਾਨ ਹੋ ਚੁੱਕਾ ਹੈ ਕਿ ਜਿਹੜੇ ਸਾਡੇ ਪਰੰਪਰਾਗਤ ਗੂੜੇ ਰਿਸ਼ਤੇ ਆ ਉਹ ਖਤਮ ਹੋਈ ਜਾਂਦੇ ਆ, ਔਰ ਮਨੁੱਖ ਹੈ ਵਿਗਿਆਨਗੀ ਤੇ ਤਰਾਸਦੀ ਨੂੰ ਭੋਗ ਰਿਹਾ। ਇਹ ਇਸ ਕਵਿਤਾ ਦਾ ਕੇਂਦਰੀ ਭਾਵ ਵੀ ਹੈ, ਔਰ ਇਸ ਕਵਿਤਾ ਦੇ ਵਿੱਚ ਜਿਹੜੇ ਕੁਐਸਚਨ ਪੈਦਾ ਹੋ ਸਕਦੇ ਆ ਉਹਨਾਂ ਦੇ ਵਿੱਚੋਂ ਇਸ ਕਵਿਤਾ ਦੇ ਵਿੱਚ ਕਵਿਤਰੀ ਕਹਿਣਾ ਕੀ ਚਾਹੁੰਦੀ ਹੈਗੀ ਹੈ। ਕਵਿਤਰੀ ਕਹਿਣਾ ਚਾਹੁੰਦੀ ਹੈ ਕਿ ਸਾਡਾ ਜਿਹੜਾ ਸਮਾਜਿਕ ਮਾਹੌਲ ਆ ਬਦਲ ਰਿਹਾ ਹੈ। ਇਹ ਸਮਾਜਿਕ ਮਾਹੌਲ ਜਿਹੜਾ ਬਦਲ ਰਿਹਾ ਹੈ, ਇਹਦੇ ਨਾਲ ਕੀ ਹੈ, ਸਾਡੇ ਜਿਹੜੇ ਪੁਰਾਣੇ ਰਿਸ਼ਤੇ ਆ ਉਹ ਖਤਮ ਹੋਈ ਜਾਂਦੇ ਆ, ਤੇ ਮਨੁੱਖ ਵਿਗਿਆਨਗੀ ਦੀ ਸਥਿਤੀ ਦੇ ਵਿੱਚ ਹੈ, ਉਹ ਤਰਾਸਦੀ ਭੋਗ ਰਿਹਾ, ਉਹ ਦੁੱਖ ਭੋਗ ਰਿਹਾ। ਇਹ ਇਹਦਾ ਕੇਂਦਰੀ ਭਾਵ ਕਹਿ ਸਕਦੇ ਤੁਸੀਂ। ਸੋ ਵਿਦਿਆਰਥੀਓ, ਇਹਨਾਂ ਦੋਨਾਂ ਕਵਿਤਾਵਾਂ ਦੇ ਵਿਸ਼ੇ ਵਸਤੂ ਨੂੰ ਕਰ ਲਿਓ, ਇਹਦੇ ਜਿਹੜੇ ਛੋਟੇ ਕੁਐਸਚਨ ਆ ਉਹਨਾਂ ਦੇ ਬਾਰੇ ਧਿਆਨ ਨਾਲ ਗੱਲ ਕਰ ਲਿਓ। ਔਰ ਮਨਜੀਤ ਟਿਵਾਣਾ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਕਵਿਤਰੀ ਹੈਗੀ ਹੈ, ਕਿਸ ਤਰ੍ਹਾਂ ਦੀ ਸੋਚ ਲੈ ਕੇ ਚੱਲਦੀ ਹੈ, ਇਹਨਾਂ ਦੀ ਗੱਲ ਤੁਸੀਂ ਚੰਗੀ ਤਰ੍ਹਾਂ ਸਮਝ ਲਿਓ। ਅੱਜ ਦਾ ਆਪਾਂ ਲੈਕਚਰ ਇੱਥੇ ਖਤਮ ਕਰਨ ਜਾ ਰਹੇ ਹਾਂ। ਨਵੇਂ ਲੈਕਚਰ ਦੇ ਵਿੱਚ ਨਵੇਂ ਕਵੀ ਦੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਸ ਲੈਕਚਰ ਨੂੰ ਖਤਮ ਕਰਦੇ ਹਾਂ। ਤੁਸੀਂ ਧਿਆਨ ਨਾਲ ਚੰਗੀ ਤਰ੍ਹਾਂ ਦੇ ਨਾਲ ਸਾਰੇ ਲੈਕਚਰ ਸੁਣ ਕੇ ਉਸ ਤੋਂ ਬਾਅਦ ਇਹਦੇ ਬਾਰੇ ਆਪਣੀਆਂ ਕੋਈ ਨਾ ਕੋਈ ਨੋਟਸ ਵਗੈਰਾ ਵੀ ਬਣਾ ਲਿਆ ਕਰੋ, ਤਾਂ ਕਿ ਜਦੋਂ ਆਪਣੇ ਕਾਲਜ ਲੱਗਣਗੇ ਉਸ ਸਮੇਂ ਚੈੱਕ ਕਰਾਂਗੇ ਚੰਗੀ ਤਰ੍ਹਾਂ ਧਿਆਨ ਨਾਲ ਤੁਸੀਂ ਲੈਕਚਰ ਕਿੰਨੇ ਧਿਆਨ ਨਾਲ ਸੁਣ ਰਹੇ ਹੋ। ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰ ਰਹੇ ਹਾਂ।